ਆਦਿ ਨਿਰੰਜਨ ਹੈ ਗੁਰੂ ਨਾਨਕ, ਧਾਰ ਕੇ ਮੂਰਤ ਹੈ ਜਗ ਆਇਓ। ਲੋਕ ਸੁਣਿਓ ਪਰਲੋਕ ਸੁਣਿਓ, ਬਿਦ ਲੋਕ ਸੁਣਿਓ ਸਭ ਦਰਸ਼ਨ ਪਾਇਓ। ਸੰਗਤ ਪਾਰਿਓ ਤਾਰਨ ਕੋ, ਗੁਰੂ ਨਾਨਕ ਸਾਹਿਬ ਪੰਥ ਚਲਾਇਓ। ਵਾਹਿਗੁਰੂ ਸ੍ਰੀ ਗੁਰੂ ਨਾਨਕ ਸਾਹਿਬ, ਧਾਰ ਕੇ ਮੂਰਤ ਹੈ ਜਗ ਆਇਓ। ਆਦਿ ਕਰੋ ਗੁਰਦੇਵ ਕੋ ਬੰਦਨ, ਵਾਹਿਗੁਰੂ ਮੁਖ ਮਾਹੇ ਉਚਾਰੀ। ਦੋਇ ਕਰ ਜੋਰ ਕਰੋ ਚਰਣਾ ਪਰ, ਜਾਉ ਸਦਾ ਗੁਰ ਕੋ ਬਲਿਹਾਰੀ। ਕਾਨ ਸੁਨੈ ਉਪਮਾ ਗੁਰ ਕੀ, ਗੁਰਮੂਰਤਿ ਧਿਆਨ ਹਿਰਦੈ ਮਹਿ ਧਾਰੀ। ਵਾਹਿਗੁਰੂ ਸ੍ਰੀ ਗੁਰੂ ਨਾਨਕ ਸਾਹਿਬ, ਸੇਵਕ ਸਰਣ ਗਹੀ ਦਰਬਾਰੀ। ਡੰਡੌਤ ਬੰਦਨ ਅਨਕ ਵਾਰ, ਸਰਬ ਕਲਾ ਸਮਰੱਥ। ਡੋਲਨ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਬਨਾਸ। ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪਰਗਾਸ। ਉਚਰੈ ਸ਼ਾਸਤਰ ਖਾਟ, ਪਿੰਗ ਗਿਰਨ ਚੜ ਜਾਏ। ਅੰਧ ਲਖੈ ਬਦਰੋ ਸੁਨੈ, ਜੋ ਕਾਲ ਕਿਰਪਾ ਕਰਾਏ। ਗੁਰੂ ਨਾਨਕ ਪਰਸ਼ੋਤਮ, ਪਰਮ ਪਰਾਵਰ ਨਾਥ। ਜੁਗਲ ਚਰਨ ਮਮ ਬੰਦਨਾ, ਧਰ ਕਰ ਧਰ ਪਰ ਮਾਤ। ਗੁਰੂ ਨਾਨਕ ਸੁਖ ਸਿੰਧ ਕੋ, ਹਾਥ ਜੋੜ ਪ੍ਰਣਾਮ। ਜਿਸ ਕਰਨਾ ਤੇ ਵਡ ਅਗੀ, ਭਾਵ ਹੈ ਗਤ ਵਿਸ਼ਰਾਮ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤਨਾਸਰੀ ਮਹੱਲਾ ਤੀਜਾ, ਘਰ ਦੂਜਾ। ਚੌਪਦੇ ਇੱਕ ਓੰਕਾਰ, ਸਤਿਗੁਰ ਪ੍ਰਸਾਦ। ਇਹੋ ਧਨ ਅਖੁੱਟ, ਨਾ ਟੁੱਟੈ ਨਾ ਜਾਏ। ਪੂਰੈ ਸਤਿਗੁਰ ਦੀਆ ਦਿਖਾਏ। ਇਹੋ ਧਨ ਅਖੁੱਟ, ਨਾ ਟੁੱਟੈ ਨਾ ਜਾਏ। ਪੂਰੈ ਸਤਿਗੁਰ ਦੀਆ ਦਿਖਾਏ। ਆਪਣੇ ਸਤਿਗੁਰ ਕਾ ਸਾਧ ਬਲ ਜਾਈ। ਗੁਰ ਕਿਰਪਾ ਤੇ ਹਰ ਮਨ ਵਸਾਈ। ਸੇ ਤਨਵੰਤ ਹਰ ਨਾਮ ਲਿਵ ਲਾਏ। ਗੁਰ ਪੂਰੈ ਹਰ ਧਨ ਪਰਗਾਸਿਆ। ਹਰ ਕਿਰਪਾ ਤੇ ਵਸੈ ਮਨ ਆਏ। ਰਾਮ ਅਵਗੁਣ ਕਾਟ, ਗੁਣ ਹਿਰਦੈ ਸਮਾਏ। ਪੂਰੇ ਗੁਰ ਕੈ ਸਹਿਜ ਸੁਭਾਏ। ਪੂਰੇ ਗੁਰ ਕੀ ਸਾਚੀ ਬਾਣੀ।
ਅਚਰਜ ਜਨ ਦੇਖਹੁ ਭਾਈ ਦੁਬਦਾ ਮਾਰ ਹਰ ਮਨ ਵਸਾਈ ਨਾਮ ਅਮੋਲਕ ਨਾ ਪਾਇਆ ਜਾਏ ਗੁਰ ਪ੍ਰਸਾਦ ਵਸੈ ਮਨ ਆਏ ਸਭ ਮਹਿ ਵਸੈ ਪ੍ਰਭ ਏਕੋ ਸੋਏ ਗੁਰਮਤਿ ਘਾਟ ਪ੍ਰਗਟ ਹੋਏ ਸਹਿਜ ਦਿਲ ਕਤ ਜਾਣ ਪਛਾਣਿਆ ਨਾਨਕ ਨਾਮ ਮਿਲੈ ਮਨ ਮਾਨਿਆ ਸਹਿਜ ਜਿਨ ਪ੍ਰਭ ਜਾਣ ਪਛਾਣਿਆ ਨਾਨਕ ਨਾਮ ਮਿਲੈ ਮਨ ਮਾਨਿਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਗਤ ਵਛਲ ਪਰਮ ਨਿਧਾਨ ਦੀਨਾ ਬੰਧੂ ਪਤਿ ਪਾਵਨ ਜਗਤ ਗੁਰੂ ਨਿਰੰਜਨੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਮਹਾਨ ਬਖਸ਼ਿਸ਼ ਕਿਰਪਾਲਤਾ ਦਾ ਸਦਕਾ ਆਪ ਸਾਰੀਆਂ ਸੰਗਤਾਂ ਅਮਾਵਸ ਦੇ ਪੁਰਬ ਤੇ ਗੁਰਦੁਆਰਾ ਸ੍ਰੀ ਬੇਰ ਸਾਹਿਬ ਜੀ ਵਿਖੇ ਹਾਜ਼ਰੀ ਭਰਦੇ ਹੋਏ ਚੱਲ ਰਹੀ ਸਥਾਨ ਦੀ ਮਰਜ਼ਾਦਾ ਦੇ ਅਨੁਸਾਰ ਅੰਮ੍ਰਿਤ ਵੇਲੇ ਗੁਰੂ ਮਹਾਰਾਜ ਦੇ ਪ੍ਰਕਾਸ਼ ਹੋਏ। ਪੰਜ ਬਾਣੀਆਂ ਦਾ ਨਿਤਨੇਮ, ਸ਼੍ਰੀ ਆਸਾ ਜੀ ਦੀ ਵਾਰਦਾਤ ਸੰਪੂਰਨ, ਕੀਰਤਨ ਹਰਜਸ ਔਰ ਅੰਮ੍ਰਿਤ ਰੂਪ ਪਾਵਨ ਗੁਰਬਾਣੀ ਵਿੱਚੋਂ ਸ਼੍ਰੀ ਮੁਖ ਵਾਕ ਦੀ ਵਿਚਾਰ ਸਰਵਣ ਕਰਨ ਵਾਸਤੇ ਆਪ ਸਾਰੇ ਗੁਰੂ ਮਹਾਰਾਜ ਦੇ ਚਰਨਾਂ 'ਚ ਹਾਜ਼ਰੀ ਭਰ ਰਹੇ ਹੋ। ਸਭ ਤੇ ਉਤਮ ਹਰ ਕੀ ਕਥਾ, ਨਾਮ ਸੁਣਤ ਦਰਦ ਦੁੱਖ ਲੱਥਾ। ਹਰ ਕਾਰਜ ਦਾ ਆਪੋ ਆਪਣਾ ਸਥਾਨ ਹੈ। ਜੋ ਗਿਆਨ ਚਰਚਾ ਪਰਮੇਸ਼ਰ ਦਾ ਜਸ ਹੈ, ਇਸ ਨੂੰ ਬੜਾ ਮਹਾਰਾਜ ਨੇ ਉੱਤਮ ਦਰਜਾ ਬਖਸ਼ਿਆ, ਕਿਉਂਕਿ ਬਾਣੀ ਦੀ ਵਿਚਾਰ ਸੁਣ ਕੇ ਅੰਮ੍ਰਿਤ ਛਕਣ ਦੀ ਪ੍ਰੇਰਨਾ ਮਿਲਦੀ ਹੈ। ਕਕਾਰਾਂ ਬਾਰੇ, ਰਹਿਤ ਮਰਜ਼ਾਦਾ ਬਾਰੇ, ਨਿਤਨੇਮ ਬਾਰੇ, ਗੁਰਸਿੱਖੀ, ਗੁਰਮਤਿ ਸੰਬੰਧੀ, ਗੁਰਬਾਣੀ ਦੀ ਮਹਾਨਤਾ ਬਾਰੇ, ਗੁਰੂ ਕੇ ਨਿਸ਼ਾਨ ਧਾਮ ਸਰੋਵਰਾਂ ਦੀ ਪਵਿੱਤਰਤਾ ਔਰ ਗੁਰੂ ਇਤਿਹਾਸ ਔਰ ਗੁਰਬਾਣੀ ਦਾ ਜੋ ਆਸ਼ਾ ਜਾਂ ਜਿਤਨੇ ਵੀ ਪੁੰਨਵੇਂ ਕਰਮ ਹਨ, ਸੇਵਾ ਵਾਲਾ ਭਾਵ ਹੈ, ਸਿਮਰਨ ਵਾਲਾ ਭਾਵ, ਦਇਆ ਦਾਨ ਪਰਉਪਕਾਰ ਕੁਰਬਾਨੀ ਵਾਲਾ, ਸੂਰਵੀਰਤਾ ਵਾਲਾ, ਬਾਣੀ ਦੀ ਬਾਣੇ ਦੀ ਕਕਾਰਾਂ ਦੀ ਮਹਾਨਤਾ,
ਇਹ ਕਥਾ ਵਿਚਾਰ ਸੁਣ ਕੇ ਹੀ ਪਤਾ ਲੱਗਦਾ। ਔਰ ਮਨਮੁਖ ਹੁਣੇ ਤੋਂ ਕਿਵੇਂ ਬਚਣਾ, ਗੁਰਮੁਖ ਕਿਵੇਂ ਬਣਨਾ, ਬਾਣੀ ਇਤਿਹਾਸ ਦੀ ਕਥਾ ਸੁਣਾਂਗੇ ਫਿਰ ਹੀ ਸੋਝੀ ਆਏਗੀ। ਔਰ ਆਪਣੇ ਹੋਏ ਮਹਾਂਪੁਰਸ਼ਾਂ, ਗੁਰੂਆਂ, ਅਵਤਾਰਾਂ, ਸ਼ਹੀਦਾਂ ਬਾਰੇ ਕਥਾ ਪ੍ਰਸੰਗ ਸੁਣਾਂਗੇ, ਫਿਰ ਉਹਨਾਂ ਦੀ ਮਹਾਨਤਾ ਬਾਰੇ ਸੂਝ-ਬੂਝ ਆਏਗੀ। ਔਰ ਸਾਡੇ ਮਨਾਂ 'ਚ ਵੀ ਸ਼ੌਕ ਜਾਗੇਗਾ ਕਿ ਸਾਡੇ ਜੋ ਗੁਰੂ ਸਾਹਿਬ ਉਹ ਕਿੰਨੇ ਮਹਾਨ ਸੀ, ਗੁਰਸਿੱਖਾਂ ਨੇ ਕਿਵੇਂ ਸ਼ਹੀਦੀਆਂ ਪਾਈਆਂ, ਕੁਰਬਾਨੀਆਂ ਦਿੱਤੀਆਂ, ਕਿਵੇਂ ਸੇਵਾ ਘਾਲ ਖਾਲੀ, ਕਿਸ ਤਰ੍ਹਾਂ ਪਰਉਪਕਾਰ ਕਰਦੇ ਰਹੇ। ਇਹ ਸਾਰੇ ਬਚਨ ਵਿਲਾਸ ਜਿਹੜੇ ਆ ਉਹ ਕਥਾ ਵਾਰਤਾ ਸੁਣਨ ਤੋਂ ਸੂਝ ਆਉਂਦੀ ਹੈ। ਇਹ ਜਿਹੜੇ ਅਣਮਤੀਏ ਲੋਕ ਗੁਰਮਤਿ 'ਤੇ ਟੇਢੇ ਫੇਢੇ ਵਾਰ ਕਰਦੇ ਆ, ਉਹ ਵੀ ਕਿਵੇਂ ਉਹਨਾਂ ਤੋਂ ਬਚਣਾ, ਗੁਰਮਤਿ 'ਚ ਕਿਵੇਂ ਪਰਪੱਕ ਹੋਣਾ, ਜੇ ਸਾਨੂੰ ਆਪਣਾ ਪੂਰਾ ਬਾਣੀ ਦਾ ਇਤਿਹਾਸ ਦਾ ਬੋਧ ਹੋਵੇਗਾ, ਫਿਰ ਅਸੀਂ ਆਪਣਾ ਬਚਾਅ ਕਰ ਸਕਦੇ ਹਾਂ। ਔਰ ਉਹਨਾਂ ਦੀਆਂ ਇੱਧਰ ਉੱਧਰ ਦੀਆਂ ਗੱਲਾਂ ਸੁਣ ਕੇ ਭਟਕਾਂਗੇ ਨਹੀਂ, ਗੁਰਮਤਿ ਵਿੱਚ ਗੁਰਸਿੱਖੀ ਕਿਰਪਾ ਕਰਾਂਗੇ। ਇਸ ਵਾਸਤੇ ਜਿਹੜੀ ਕਥਾ ਆ ਇਹਨੂੰ ਉੱਤਮ ਕਿਹਾ, ਸ੍ਰੇਸ਼ਟ ਕਿਹਾ। ਭਾਈ ਬਾਲਾ ਜੀ ਦੀ ਜਨਮ ਸਾਖੀ ਪੜ੍ਹੀਏ, ਮਹਾਰਾਜ ਨੇ ਸ਼ਬਦ ਗਾਇਆ, ਸਰੋਤਿਆਂ ਨੇ ਕਿਹਾ ਮਹਾਰਾਜ ਬੜਾ ਆਨੰਦ ਆਇਆ, ਲੇਕਿਨ ਸਮਝ ਨਹੀਂ ਆਈ। ਕਿ ਮਹਾਰਾਜ ਕਹਿੰਦੇ ਪੀ ਦਾ ਅਪਰਮਾਰਥ ਸੁਣੋ। ਜਦੋਂ ਫਿਰ ਮਹਾਰਾਜ ਦੀ ਵਿਆਖਿਆ ਕਰਕੇ ਕਥਾ ਪ੍ਰਸੰਗ ਸੁਣਾਉਂਦੇ ਆ, ਫਿਰ ਉਹ ਬਾਣੀ ਦਾ ਭਾਵ ਸਮਝਣ, ਉਹ ਜੀਵਨ ਦੇ ਵਿੱਚ ਗੱਲ ਬਹਿ ਜਾਂਦੀ ਹੈ। ਫਿਰ ਕੋਈ ਵੀ ਪੁਰਖ ਆ ਉਹ ਗੁਰਮਤਿ ਵਿੱਚ ਤੁਰ ਪੈਂਦਾ ਹੈ। ਇਸ ਵਾਸਤੇ ਕਥਾ ਵਾਰਤਾ ਸੁਣਨੀ, ਇਹਦੇ ਨਾਲ ਪਾਪ ਕਰਮਾਂ ਤੋਂ ਵੀ ਬਚ ਜਾਂਦਾ ਹੈ। ਪੁੰਨਮਈ ਨੇਕ ਕਰਮ ਕਰਨੇ, ਇਹ ਸਾਰੀ ਸੂਝ-ਬੂਝ ਮਿਲਦੀ ਹੈ। ਰਹਿਤ ਕੁਰਹਿਤ ਬਾਰੇ ਵੀ ਸਾਰਾ ਗਿਆਨ ਮਿਲ ਜਾਂਦਾ ਹੈ। ਚੰਗੀ ਜਾਂ ਬੁਰੀ ਸੰਗਤ ਬਾਰੇ ਵੀ ਸੋਝੀ ਆ ਜਾਂਦੀ ਹੈ। ਭਾਵ ਜਿੰਨੇ ਇਹ ਵਿਚਾਰ ਵਾਲੇ ਕੰਮ ਆ ਉਹ ਕਥਾ ਪ੍ਰਸੰਗਾਂ ਤੋਂ ਹੀ ਪਤਾ ਲੱਗਦਾ। ਪੁਰਾਣਾ ਔਰ ਨਵੀਨ ਇਤਿਹਾਸ, ਉਹਦੇ ਬਾਰੇ, ਭਵਿੱਖ ਬਾਰੇ ਵੀ ਬਹੁਤ ਸਾਰੇ ਵਚਨ ਬਾਣੀ ਵਿੱਚ ਦੱਸੇ ਹੋਏ ਆ। ਬਿਹਾਰ ਬਾਰੇ ਵੀ, ਰਾਜਨੀਤੀ ਬਾਰੇ ਵੀ, ਧਾਰਮਿਕ ਪਰਮਾਰਥ ਬਾਰੇ ਵੀ, ਭਜਨ ਬਾਣੀਆਂ, ਜੁਗਤੀਆਂ ਮੁਕਤੀਆਂ, ਉਹ ਵੀ ਕਥਾ ਵਾਰਤਾ ਨਹੀਂ ਪਤਾ ਲੱਗਦੀਆਂ। ਨਾਮਦਾਨ ਇਸ਼ਨਾਨ ਦੀ ਵਡਿਆਈ, ਧਰਮ ਦੀ ਕਿਰਤ ਕਿਹਨੂੰ ਕਹਿੰਦੇ ਆ, ਨਾਮ ਕਿਵੇਂ ਜਪਣਾ, ਵੰਡ ਕਿਵੇਂ ਛਕਣਾ, ਸੰਗਤ ਪੰਗਤ ਦੀ ਮਹਾਨਤਾ, ਭਾਵ ਜੋ ਵੀ ਸ਼ੁਭ ਅਸ਼ੁਭ ਕਰਮ ਆ ਉਹਦੇ ਬਾਰੇ ਕਥਾ ਪ੍ਰਸੰਗ ਤੋਂ ਮਿਲਦਾ। ਉਹ ਸੰਗਤ ਵਿੱਚ ਆ ਕੇ ਬੈਠਾਂਗੇ, ਬਾਣੀ ਦੇ ਵਿਚਾਰ ਸੁਣਾਂਗੇ, ਫਿਰ ਸੂਝ-ਬੂਝ ਆਵੇਗੀ। ਇਸ ਵਾਸਤੇ ਮਹਾਰਾਜ ਕਹਿੰਦੇ ਸੁਣ ਹਰ ਕਥਾ ਉਤਾਰੀ ਮੈਲ, ਮਹਾ ਪੁਨੀਤ ਭਏ ਸੁਖ ਸੈਲ।
ਇਹ ਪਹਾੜ ਵਾਂਗ ਬੜੇ ਬੜੇ ਮਹਾਨ ਸੁੱਖ ਮਿਲਦੇ ਆ ਜਿਨ੍ਹਾਂ ਨੇ ਬਾਣੀ ਇਤਿਹਾਸ ਵਿਚਾਰ ਸੁਣੇ ਔਰ ਫਿਰ ਗੁਰੂ ਦੇ ਸਥਾਨਾਂ ਬਾਰੇ ਵੀ ਕਥਾ ਵਾਰਤਾ ਸੁਣ ਕੇ ਪਤਾ ਲੱਗਿਆ ਧਾਮ ਕਿਹੜੇ ਆ, ਤਖਤ ਕਿਹੜੇ ਆ, ਉੱਥੇ ਦੀ ਮਰਜ਼ਾਦਾ ਬਾਰੇ ਵੀ। ਇਸ ਵਾਸਤੇ ਇਹ ਕਥਾ ਸੁਣਨੀ ਬੜਾ ਪੁੰਨਮਈ ਕਰਮ ਹੈਗਾ ਕਿ ਹੁਣ ਆਮ ਪਿੰਡਾਂ ਵਿੱਚ ਤਾਂ ਘਟੀ ਆ, ਕੋਈ ਬਿਰਲਾ ਹੀ ਨਗਰ ਹੈ ਜਿੱਥੇ ਕੋਈ ਇਤਿਹਾਸ ਜਾਂ ਬਾਣੀ ਦੀ ਕਥਾ। ਆਮ ਤਾਂ ਸੰਗਰਾਂਦ 'ਤੇ ਹੁੰਦਾ, ਭਾਈ ਜੀ ਨੇ ਪ੍ਰਸ਼ਾਦ ਕਰ ਲਿਆ, ਫਿਰ ਸਪੀਕਰ 'ਚ ਅਨਾਊਂਸ ਕਰਦੇ ਆ ਆ ਜਾਓ ਸਾਧ ਸੰਗਤ ਜੀ, ਹੁਣ ਪ੍ਰਸ਼ਾਦ ਹੋਇਆ ਹੁਣ ਭੋਗ ਪੈਣ ਵਾਲਾ। ਇੰਨਾ ਕੋਈ ਕੰਮ ਹੈ, ਅੱਗੇ ਪਿੱਛੇ ਨਿਤਨੇਮ ਦਾ ਵੀ ਬਹੁਤੇ ਥਾਈਂ ਤਾਂ ਢਿੱਲਾ ਹੀ ਆ ਕੰਮ, ਸਵੇਰੇ ਵੀ ਸ਼ਾਮ ਵੀ। ਕਈ ਜਗ੍ਹਾ ਤਾਂ ਟੇਪ ਵਗੈਰਾ ਹੀ ਲਾ ਲੂ ਦਿੰਦੇ ਆ। ਇਹ ਭਾਈ ਜੀ ਸੁੱਤੇ ਸੁੱਤੇ ਹੀ ਉਹ ਟੇਪ ਲਾਤੀ, ਬਟਨ ਨੱਪ ਦਿੱਤਾ। ਆਪ ਵੀ ਖੇਚਲ ਘੱਟ ਕਰਦੇ ਆ, ਆਪ ਨਿਤਨੇਮ ਕਰੀਏ ਸਵੇਰੇ ਸ਼ਾਮ। ਅਤੇ ਕੋਈ ਕੀਰਤਨ ਦੀ ਵੀ ਟੇਪ ਲਾਤੀ, ਨਿਤਨੇਮ ਦੀ ਵੀ। ਪਰ ਜਿਹੜੇ ਗੁਰੂ ਕੇ ਇਤਿਹਾਸਕ ਸਥਾਨ ਹੈਗੇ ਆ ਉੱਥੇ ਐਸੀ ਮਰਜ਼ਾਦਾ ਮਿਲਦੀ ਹੈ ਔਰ ਸਮੇਂ ਨਾਲ ਸਥਾਨ ਦੀ ਸੇਵਾ, ਪ੍ਰਕਾਸ਼ ਦੀ ਸੇਵਾ ਔਰ ਨਿਤਨੇਮ ਵਗੈਰਾ, ਕਥਾ ਕੀਰਤਨ ਜਿਹੜਾ ਹੈ ਪ੍ਰਭਾਵ ਹੈਗਾ। ਪਿੰਡਾਂ ਜਾਂ ਕਸਬਿਆਂ ਵਿੱਚ ਨਾ ਹੋਣ ਦੇ ਕਾਰਨ ਇਹ ਲੋਕ ਇਸ ਸੂਝ-ਬੂਝ ਨੂੰ ਪ੍ਰਾਪਤ ਨਹੀਂ ਕਰਦੇ, ਜਿਹਦੇ ਕਾਰਨ ਫਿਰ ਉਹ ਸਿੱਖੀ ਤੋਂ ਬੜੇ ਦੂਰ ਚਲੇ ਜਾਂਦੇ ਆ। ਅਤੇ ਜਦੋਂ ਗੁਰੂ ਕੀ ਸੰਗਤ ਨਹੀਂ ਮਿਲਦੀ, ਇਤਿਹਾਸ ਬਾਣੀ ਦਾ ਵਿਚਾਰ ਨਹੀਂ ਮਿਲਦਾ, ਰਹਿਤਨਾਮਿਆਂ ਬਾਰੇ ਕੋਈ ਵਿਚਾਰ ਨਹੀਂ, ਉਹਦਾ ਫਿਰ ਪ੍ਰਭਾਵ ਇਹ ਹੈ ਕਿ ਲੋਕ ਆਰੂਮਾਂ ਦੀ ਬੇਅਦਬੀ ਵੀ ਆਮ ਕਰੀ ਜਾਂਦੇ ਆ। ਪੁਰਸ਼ਾਂ 'ਚ ਵੀ ਹੈ, ਇਸਤਰੀਆਂ 'ਚ ਵੀ ਪ੍ਰਭਾਵ ਬਹੁਤ ਵੱਧ ਗਿਆ ਔਰ ਨਸ਼ੇ ਵਗੈਰਾ ਇਹਨਾਂ ਦਾ ਵੀ ਪ੍ਰਭਾਵ ਬਹੁਤ ਹੋ ਗਿਆ। ਕਿਤੇ ਮਹੀਨੇ ਪਿੱਛੋਂ ਗੁਰਦੁਆਰੇ ਆਏ, ਉਦੋਂ ਇੰਨਾ ਕਹੀ ਹੈ, ਭਾਈ ਅੱਜ ਮਹੀਨੇ ਦਾ ਨਾਂ ਸੁਣਾ ਦਿਓ। ਬਸ ਉਹ ਨਾਂ ਸੁਣ ਕੇ ਹੀ ਕਈ ਤੇ ਚਲੇ ਜਾਂਦੇ ਆ। ਭਾਈ ਜੀ ਕੋਈ ਵੀ ਟਾਈਮ ਘੱਟ ਹੁੰਦਾ, ਉਹਨਾਂ ਦੇ ਵੀ ਕਈ ਜਗ੍ਹਾ ਪੌਂਖੇ ਹੁੰਦੇ ਆ, ਫਲਾਣੇ ਥਾਂ ਰੌਲ ਲਾਉਣੀ ਆ, ਬੱਚਾ ਜੰਮਿਆ, ਕੁੜਮਾਈ ਆ ਜਾਂ ਵਿਆਹ ਕੋ ਮਰਿਆ, ਉੱਧਰ ਜਾਣਾ ਆਉਣਾ, ਅਤੇ ਉਹਨਾਂ ਦਾ ਵੀ ਕਾਫੀ ਕਾਹਲੀ ਵਿੱਚ ਹੁੰਦੇ ਆ ਕਿ ਚਲੋ ਨਾਂ ਸੁਣਾਇਆ। ਫਿਰ ਕਈ ਪਾਸੇ ਉਹਨਾਂ ਦਾ ਜਾਣਾ ਆਉਣਾ ਬਣਿਆ ਹੁੰਦਾ, ਉਹਨਾਂ ਦੇ ਮਨ 'ਚ ਵੀ ਟਿਕਾ ਟਕੂ ਘਟੇ ਹੁੰਦਾ। ਇਸ ਕਰਕੇ ਫਿਰ ਤੁਸੀਂ ਆਪੇ ਹੀ ਅੰਦਾਜ਼ਾ ਲਾ ਲਓ ਕਿ ਸਿੱਖੀ ਦੇ ਪ੍ਰਚਾਰ ਵਾਲੀ ਜਿਹੜੀ ਗੱਲ ਆ ਉਹ ਕਿੱਧਰ ਨੂੰ ਗਈ ਹੋਈ ਹੈ। ਇਸ ਕਰਕੇ ਜਿਹੜੇ ਲੋਕ ਫਿਰ ਦਿਨਾਂ ਵਾਰਾਂ 'ਤੇ ਤੀਰਥਾਂ 'ਤੇ ਆਉਂਦੇ ਆ, ਉਹਨਾਂ ਨੂੰ ਫਿਰ ਉਹ ਪਿੰਡਾਂ 'ਚ ਬਹਿਣਾ ਸਹਿਣਾ ਰਹਿਣਾ ਪੈਣਾ, ਇਹ ਤਾਂ ਸੁਖਾਲਿਆ ਨਹੀਂ ਹੁੰਦਾ। ਉਹ ਇੱਥੇ ਆ ਕੇ ਵੀ ਫਿਰ ਮੇਲੇ ਦੀ ਸ਼ਕਲ 'ਚ ਹੀ ਘੁੰਮਦੇ ਆ, ਜੋੜ ਮੇਲਾ ਨਹੀਂ ਕਿ ਆ ਕੇ ਸੰਗਤ 'ਚ ਬੈਠੀਏ। ਕਿਉਂ ਜੇ ਤਾਂ ਪਿੰਡਾਂ 'ਚ ਸੁਭਾਅ ਬਣਿਆ ਹੋਵੇ ਗੁਰਦੁਆਰੇ ਬਹਿ ਕੇ ਨਾਮ ਅਭਿਆਸ ਦਾ ਜਾਂ ਕੋਈ ਕਥਾ ਕੀਰਤਨ ਸੁਣਦਾ, ਫਿਰ ਤਾਂ ਉਹ ਬਹਿ ਜਾਂਦੇ ਆ। ਉਹ ਫਿਰ ਆਮ ਹੁੰਦੇ, ਚਲੋ ਅੱਜ ਮੱਸਿਆ ਦੇ ਕੇ ਆਈਏ। ਜ਼ਿਲ੍ਹੇ ਫਿਰ ਜਾਂਦੇ ਆ ਗੁਰਦੁਆਰੇ, ਪੁੱਛਿਆ ਜਾ ਵੀ ਮੱਸਿਆ ਕਿਹੋ ਜਿਹੀ ਸੀ, ਕਾਲੀ ਸੀ ਪੀਲੀ ਸੀ,
ਅੰਨੀ ਸੀ, ਬੋਲੀ ਸੀ, ਗੂੰਗੀ ਸੀ, ਲੰਗੜੀ ਲੂਲੀ ਸੀ, ਮੱਸਿਆ ਕਿਹੋ ਜਿਹੀ ਸੀ, ਉਹ ਫਿਰ ਦੱਸਣ ਪੁੱਛਣ ਨੂੰ ਕੁਛ ਨਹੀਂ ਹੁੰਦਾ। ਕਿ ਆਉਣਾ ਤਾਂ ਸੀ ਵੀ ਉੱਥੇ ਬਹਿ ਕੇ ਕੋਈ ਕਥਾ ਵਾਰਤਾ ਸੁਣਦੇ, ਕੋਈ ਬਾਣੀ ਬਾਰੇ, ਗੁਰਸਿੱਖੀ ਗੁਰਮਤਿ ਬਾਰੇ, ਗੁਰੂ ਦੇ ਇਤਿਹਾਸ ਬਾਰੇ। ਉਹ ਬੈਠਣ ਦਾ ਰਿਵਾਜ ਬੜਾ ਘੱਟ ਆ। ਉਹਨਾਂ ਦਾ ਹੁੰਦਾ ਸਮੱਸਿਆ ਦੇਖਣਾ ਹੈ। ਕਈ ਮੱਸਿਆ ਦੇਖਣ ਆਉਂਦੇ ਆ, ਕਈ ਫਿਰ ਆਪਣਾ ਆਪ ਦਿਖਾਉਣ ਆਉਂਦੇ ਆ ਵੀ ਅੱਜ ਭਈ ਜਾਣਾ, ਲੀੜੇ ਲੂੜੇ ਚੰਗੇ ਪਾ ਲਈਏ, ਕੋਈ ਫੈਸ਼ਨ ਪ੍ਰਸਤੀ ਕਰ ਲਈਏ। ਕਈ ਤਾਂ ਇਉਂ, ਕਈ ਫਿਰ ਆਪਣੀਆਂ ਪੁੱਠੀਆਂ ਕਿਰਿਆਵਾਂ ਕਰਕੇ ਆਪਣਾ ਆਪ ਦਿਖਾਉਂਦੇ ਆ ਕਿ ਇਹਦੀ ਚੀਜ਼ ਚੁੱਕ ਕੇ ਲੈ ਗਿਆ ਜਾਂ ਕੋਈ ਹੋਰ ਭੱਦਣਕਾਰੀ ਕਰ ਗਿਆ। ਉਹਨਾਂ ਦਾ ਇਹ ਜਿਹਾ ਹੀ ਹੈ। ਪਰ ਜਦੋਂ ਆਓ ਗੁਰੂ ਘਰ 'ਚ ਦੀਵਾਨ ਲਗਾਇਆ ਹੋਵੇ, ਸੰਗਤ ਦੇ ਵਿੱਚ ਬੈਠਿਆ ਕਰੋ ਔਰ ਬੈਠ ਕੇ ਜਿੰਨਾ ਸਮਾਂ ਮਿਲਿਆ, ਕੋਈ ਪਾਠ ਹੈ ਜਾਂ ਕੋਈ ਕੀਰਤਨ ਜਾਂ ਕੋਈ ਕਥਾ ਪ੍ਰਸੰਗ ਹੈ, ਸੁਣੋ, ਜਾਂ ਫਿਰ ਸੇਵਾ ਜਾਂ ਕੋਈ ਬਹਿ ਕੇ ਨਿਤਨ ਵਗੈਰਾ ਕੀਤਾ ਜਾਏ। ਇਹ ਤਾਂ ਭਾਈ ਲਾਭ ਹੁੰਦਾ ਕਿ ਜੇ ਇਸ ਤਰ੍ਹਾਂ ਹੀ ਘੁੰਮ ਘੁਮਾ ਕੇ ਪਰੇ ਜਾਣਾ ਤੇ ਫਿਰ ਆਪਣਾ ਜਿਹੜਾ ਹੈਗਾ ਨਾ ਉਹ ਲਾਭ ਨਹੀਂ ਹੁੰਦਾ। ਇਸੇ ਕਾਰਨ ਅੱਜ ਸਾਡੀ ਸਿੱਖੀ ਨੂੰ ਬਹੁਤ ਵੱਡੀ ਢਾਹ ਲੱਗ ਗਈ ਹੈ, ਜਿਹਦੇ ਕਾਰਨ ਔਰ ਗੁਰੂ ਗ੍ਰੰਥ ਸਾਹਿਬ ਦਾ ਵੀ ਅਤੇ ਪੰਥ ਦਾ ਵੀ ਬੜਾ ਭਾਰੀ ਨੁਕਸਾਨ ਹੋ ਰਿਹਾ। ਉਹ ਤੁਸੀਂ ਦੇਖੀ ਜਾਂਦੇ ਆ ਕਿ ਜਿਹੜੇ ਲੋਕ ਆ ਉਹ ਬਾਣੀ ਨਾਲੋਂ ਸਿੱਖੀ ਨਾਲੋਂ ਪੰਥਕ ਵਿਚਾਰਧਾਰਾ ਨਾਲੋਂ ਟੁੱਟਦੇ ਜਾ ਰਹੇ ਆ। ਦੂਏ ਪਾਸੇ ਜਿਹੜੇ ਅਨਮਤੀਏ ਆ ਉਹਨਾਂ ਦਾ ਪ੍ਰਭਾਵ ਕੁਝ ਵਧੇਰੇ ਵੱਧਦਾ ਜਾ ਰਿਹਾ, ਕਿਉਂਕਿ ਲੋਕ ਥੋੜ੍ਹੀ ਜਿਹੀ ਖੁੱਲ੍ਹ ਖੇਡ ਚਾਹੁੰਦੇ ਆ ਕਿ ਤੜਕੇ ਇਸ਼ਨਾਨ ਕਰਨੇ ਵੀ ਬੰਨਣੇ ਆ, ਦਾੜੀ ਕੇਸ ਰੱਖਾਂਗੇ, ਅੰਮ੍ਰਿਤ ਛਕਾਂਗੇ, 5 ਕਕਾਰ, ਇਹਨੂੰ ਉਹ ਬੰਨਣ ਜਿਹਾ ਸਮਝਦੇ ਆ। ਹਾਲਾਂਕਿ ਗੁਰੂ ਕੀ ਰਹਿਤ ਮਰਜ਼ਾਦਾ ਵਿੱਚੋਂ ਨਾ ਬੰਧਨ ਟੁੱਟਦੇ ਆ, ਪਰ ਹੁਣ ਕਥਾ ਵਾਰਤਾ ਨਾ ਸੁਣਨ ਕਰਕੇ ਉਹਨਾਂ ਨੂੰ ਇਹ ਸਿੱਖੀ ਦੀ ਮਹਾਨਤਾ ਬਾਰੇ ਗਿਆਨ ਨਹੀਂ, ਜਿਹਦੇ ਕਾਰਨ ਫਿਰ ਉਹ ਸਿੱਖੀ ਨਾਲੋਂ ਟੁੱਟ ਗਏ। ਅਤੇ ਬਹੁਤੇ ਤਾਂ ਫਿਰ ਇਹ ਹੈ ਕਿ ਚਲੋ ਵਿਹਲੇ ਬੈਠੇ ਹਾਂ, ਅੱਜ ਮੱਸਿਆ ਦੇਖ ਆਈਏ, ਘੁੰਮ ਘੁਮਾ ਆਈਏ। ਅਤੇ ਮਾਈਆਂ ਦਾ ਵੀ ਹੁੰਦਾ ਵੀ ਦੁਕਾਨਾਂ ਤੋਂ ਕੋਈ ਫੈਸ਼ਨ ਫੂਸ਼ਨ ਦਾ ਸਮਾਨ ਖਰੀਦ ਲਵਾਂਗੇ। ਅਤੇ ਪੁਰਸ਼ਾਂ 'ਚ ਹੁੰਦਾ ਵੀ ਚਲੋ ਕੋਈ ਨਸ਼ਾ ਪੱਤਾ ਪੀ ਕੇ ਘੁੰਮ ਘੁਮਾ ਲਵਾਂਗੇ ਜਾਂ ਇੱਧਰ ਉੱਧਰ ਫਿਰ ਤੁਰ ਲਵਾਂਗੇ, ਲੱਤਾਂ ਮੋਕਲੀਆਂ ਹੋ ਜਾਣਗੀਆਂ। ਉਹਨਾਂ ਦਾ ਸਤਸੰਗ ਦੇ ਨਾਲ ਕੋਈ ਮਤਲਬ ਨਹੀਂ। ਜਾਂ ਕਿ ਜਿਹੜੇ ਟਰਾਲੀ ਜੋੜੀ, ਚਲੋ ਵੀ ਅੱਜ ਮੱਸਿਆ, ਉਹ ਦੂਏ ਬਹਿ ਗਏ ਅਤੇ ਚਲੋ ਮੁਫਤੀ ਜਾਂ ਕਿਰਾਇਆ ਖੁਆ ਤੋਂ ਕਰ ਲੈਂਦੇ, ਘੁੰਮ ਘੁਮਾ ਆਉਂਦੇ ਹਾਂ ਅਤੇ ਗੋਲ ਗੱਪੇ ਖਾ ਲਏ, ਹੋਰ ਮੂੰਹ ਚੁਰਚਰਾ ਕਰ ਲਿਆ। ਬਹੁਤੀ ਦੁਨੀਆ ਤਾਂ ਇਸ ਤਰ੍ਹਾਂ ਹੀ ਆਉਂਦੀ ਹੈ। ਵਿਰਲੇ ਵਿਰਲੇ ਹੈ ਜਿਹੜੇ ਇਸ ਗੱਲ ਨੂੰ ਸਮਝਦੇ ਆ ਕਿ ਅਸੀਂ ਗੁਰਧਾਮਾਂ 'ਤੇ ਚੱਲੇ ਹਾਂ, ਇੱਥੇ ਆਉਣ ਦਾ ਕੀ ਮਤਲਬ ਹੈ, ਕੀ ਪ੍ਰਯੋਜਨ ਹੈ। ਉਹ ਤਾਂ ਫਿਰ ਕੁਝ ਲਾਹਾ ਕੱਢ ਲੈਂਦੇ ਆ, ਉਹ ਬਾਕੀ ਤਾਂ ਫਿਰ ਜਿਵੇਂ ਆਏ ਉਵੇਂ ਹੀ ਮੁੜ ਮੁੜਾ ਜਾਂਦੇ ਆ। ਸੋ ਆਓ ਸੰਗਤ 'ਚ ਬਹਿਣਾ ਸਿੱਖੋ, ਕਹਿਣਾ ਸਿੱਖੋ, ਸਹਿਣਾ ਬਚਨ ਸਹਾਰਨਾ, ਇਹ ਗੱਲਾਂ ਜ਼ਰੂਰੀ ਹੈ। ਗੁਰੂ ਮਹਾਰਾਜ ਦੀ
ਪਾਵਨ ਬਾਣੀ ਤੀਸਰੇ ਪਾਤਸ਼ਾਹ ਜੀ ਨੇ ਜੋ ਅੰਮ੍ਰਿਤ ਵੇਲੇ ਸ਼੍ਰੀ ਬੇਰ ਸਾਹਿਬ ਮੁੱਖ ਵਾਕ ਬਖਸ਼ਿਆ, ਉਸ ਦੀ ਵਿਚਾਰਧਾਰਾ ਸਰਵਣ ਕਰਨ ਤੋਂ ਪਹਿਲਾਂ ਮਨ ਬਿਰਤੀ ਦੀ ਇਕਾਗਰਤਾ ਵਾਸਤੇ, ਰਸਨਾ ਦੀ ਪਵਿੱਤਰਤਾ ਲਈ ਗੱਜ ਵੱਜ ਕੇ ਬੋਲੋ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤਨਾਸਰੀ ਮਹੱਲਾ ਤੀਜਾ। ਘਰ ਦੂਜਾ ਚੌਪਦੇ। ਤਨਾਸਰੀ ਰਾਗ ਹੈ। ਤੀਸਰੇ ਸਤਿਗੁਰੂ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਦੀ ਪਾਵਨ ਬਾਣੀ, ਉਹਨਾਂ ਦੇ ਮੁਖਾਰਬਿੰਦ ਤੋਂ ਬਖਸ਼ਿਸ਼ ਹੋਈ ਹੈ। ਦੂਸਰੇ ਘਰ ਦੇ ਵਿੱਚ 4 ਪਦਾਂ ਦਾ ਇਹ ਸ਼ਬਦ ਹੋਏਗਾ। ਇਹਦੇ 4 ਬੰਦ ਹੋਣਗੇ, 4 ਪਹਿਰੇ ਹੋਣਗੇ, ਕਿਉਂਕਿ ਮਹਾਰਾਜ ਨੇ ਹਰ ਗੱਲ ਦਾ ਸੰਕੇਤ ਨਾਲ ਹੀ ਦੇ ਦਿੱਤਾ ਹੈ। ਕੋਈ ਕੱਲ੍ਹ ਨੂੰ ਕੋਈ ਵਿਅਕਤੀ ਆਪਣੀ ਮਰਜ਼ੀ ਨਾਲ ਕੋਈ ਜੋੜ ਤੋੜ ਨਾ ਕਰ ਸਕੇ। ਇਹ ਅੰਕਾਂ ਦਾ ਵੀ ਜੋੜ ਲਿਖਿਆ ਹੁੰਦਾ, ਕਈ ਜਗ੍ਹਾ ਸੁਧ ਜਾਂ ਸੁਧ ਕੀਚੇ ਇਹ ਸ਼ਬਦ ਲਿਖੇ। ਸੁਧ ਅੰਗ ਹੈ, ਅੰਗ ਸੁਧ ਹੈ। ਉਹ ਸਾਰਾ ਵੇਰਵਾ ਮਹਾਰਾਜ ਦੇ ਜਾਂਦੇ ਆ ਕਿ ਕੱਲ੍ਹ ਨੂੰ ਕੋਈ ਉੱਠ ਕੇ ਆਪਣੀ ਮਰਜ਼ੀ ਨਾਲ ਕੋਈ ਘਾਟਾ ਵਾਧਾ ਕਰਨ ਦੀ ਕੋਸ਼ਿਸ਼ ਨਾ ਕਰੇ। ਜੇ ਕਰੇਗਾ ਤਾਂ ਕਿਉਂ ਪਕੜਿਆ ਜਾਏਗਾ। ਸਿਆਣੇ ਪੁਰਸ਼ ਜਿਹੜੇ ਆ, ਵਿਚਾਰ ਵਾਲੇ, ਜਿਨ੍ਹਾਂ ਨੂੰ ਮਾਰਨ ਸੋਝੀ ਦਿੱਤੀ ਹੈ, ਉਹ ਅਕਲ ਤੋਂ ਕੰਮ ਲੈ ਲੈਂਦੇ ਆ ਵਿਚਾਰ ਤੋਂ, ਕਿਉਂਕਿ ਅਕਲੀ ਸਾਹਿਬ ਸੇਵੀ ਹੈ, ਅਕਲੀ ਪਾਈ ਹੈ ਮਾਨ। ਅਕਲੀ ਪੜ੍ਹ ਕੇ ਬੁਝੀ ਹੈ ਤੇ ਅਕਲੀ ਕੀਚਿਆ ਦਾਮ। ਜਿਹੜਾ ਬੇਵਿਚਾਰਾ ਬੰਦਾ ਨਾ, ਉਹਦੇ ਸਾਰੇ ਕਰਮ ਹੀ ਨਿਸਫਲ ਹੋ ਜਾਂਦੇ ਆ। ਵਿਚਾਰ ਦੀ ਹਰ ਜਗ੍ਹਾ ਲੋੜ ਪੈਂਦੀ ਹੈ। ਮਹਾਰਾਜਾ ਬਿਕਰਮਾਜੀਤ, ਉਹਨਾਂ ਦੇ ਨਾਂ ਤੋਂ ਤਕਰੀਬਨ ਸਾਡੇ ਦੇਸ਼ ਦੇ ਲੋਕ ਜਾਣੂ ਹਨ, ਕਿਉਂਕਿ ਜਿਹੜਾ ਆ ਕੇ ਕੋਈ ਚੰਗਾ ਧਰਮ ਦੀ ਰਾਜਨੀਤੀ ਕਰ ਜਾਂਦਾ, ਉਹਨਾਂ ਨੂੰ ਲੋਕ ਬਾਅਦ ਵਿੱਚ ਚੇਤੇ ਕਰਦੇ। ਤੇ ਜਿਹੜੇ ਉਹੋ ਜਿਹੇ ਦੁਸ਼ਟ ਲੋਕ ਆ, ਉਹਨਾਂ ਦੀ ਗੱਲ ਹੁੰਦੀ ਆ, ਉਹਨਾਂ ਨੂੰ ਲਾਹਨਤਾਂ ਹੀ ਪੈਂਦੀਆਂ ਜਦੋਂ ਹੁੰਦੇ ਆ, ਉਦੋਂ ਮਰਨ ਤੋਂ ਬਾਅਦ ਵੀ। ਚੰਗਿਆਂ ਨੂੰ ਜੀਂਦਿਆਂ ਵੀ, ਮਰਨ ਤੋਂ ਬਾਅਦ ਵੀ ਸਤਿਕਾਰ ਪਿਆਰ ਹੀ ਮਿਲਦਾ। ਉਹ ਸਿਆਣਾ ਪੁਰਸ਼ ਸੀ ਤੇ ਬੜਾ ਨਿਆਂਕਾਰੀ, ਇਨਸਾਫ ਪਸੰਦ ਸੀ ਔਰ ਹਰ ਇੱਕ ਦਾ ਸਤਿਕਾਰ ਪਿਆਰ ਕਰਨ ਵਾਲਾ ਸੀ। ਇੱਕ ਮੋਚੀ ਨੇ ਉਹਨਾਂ ਵਾਸਤੇ ਜੋੜਾ ਤਿਆਰ ਕੀਤਾ, ਚਰਨਦਾਸੀ ਚਰਨਾਂ ਵਾਸਤੇ, ਕਿਉਂਕਿ ਜਿਹੋ ਜਿਹੀ ਕਿਸੇ ਦੀ ਸਮਰੱਥਾ ਹੋਵੇ ਉਹ ਸੇਵਾ ਉਸੇ ਤਰ੍ਹਾਂ ਹੀ ਕਰਦਾ ਹੁੰਦਾ, ਆਪਣੇ ਬਿਰਤ ਨਹੀਂ ਕਰਨੀ। ਉਹ ਜੋੜਾ ਬੜਾ ਰੀਝ ਦੇ ਨਾਲ ਤੇ ਮੈਂ ਆਪਣੇ ਰਾਜੇ ਨੂੰ ਜੋੜਾ ਪਹਿਨਾਉਣਾ। ਅੱਗੇ ਪਰਜਾ ਦੇ ਅੰਦਰ ਸ਼ਰਧਾ ਬੜੀ ਹੁੰਦੀ ਸੀ, ਰਾਜੇ ਵੀ ਪਰਜਾ ਨੂੰ ਪੁੱਤਾਂ ਧੀਆਂ ਵਾਂਗ ਸਮਝਦੇ ਸੀ ਤੇ ਪਰਜਾ ਵੀ ਬੜਾ ਪਿਆਰ ਕਰਦੀ ਸੀ। ਉਹਨਾਂ ਦੇ ਦੁੱਖ ਸੁੱਖ ਦੇ ਭਾਈਵਾਲ ਹੁੰਦੇ ਸੀ, ਭੇਸ ਬਦਲ ਕੇ ਵੀ ਦੇਖਦੇ ਸੀ ਵੀ ਮੇਰੇ ਰਾਜ ਕੋਈ ਦੁਖੀ ਤਾਂ ਨਹੀਂ ਹੈ। ਜੋੜਾ ਬਹੁਤ ਵਧੀਆ ਲਿਆਇਆ। ਮਹਾਰਾਜ ਜੋੜਾ ਦੇਖ ਕੇ ਬੜੇ ਖੁਸ਼ ਹੋਏ, ਕਹਿਣ ਲੱਗੇ ਇਹਨੂੰ 1000 ਸੋਨੇ ਦੀ ਮੋਹਰ ਦੇ ਦਿਓ। ਉਹ ਤਾਂ ਵਿਚਾਰਾ ਸੀਸਾਂ ਦਿੰਦਾ ਚਲੇ ਗਿਆ, ਪਤਾ ਨਹੀਂ 5-7 ਰੁਪਏ ਮਿਲਣੇ ਹੁੰਦੇ ਆ,
ਇਹ ਕਮਾਲ ਆ, ਵੱਡਿਆਂ ਲੋਕਾਂ ਦੀਆਂ ਬੜੀਆਂ ਗੱਲਾਂ ਹੁੰਦੀਆਂ, ਮਿਹਰਬਾਨ ਹੋ ਜਾਣ ਚਿੱਠੇ ਤਾਰ ਦਿੰਦੇ ਆ। ਤੇ ਵਜ਼ੀਰ ਨੇ ਕਿਹਾ ਵੀ ਰਾਜੇ ਨੇ ਕੀ ਕੀਤਾ, ਕੀ ਤੁਛ ਜੋੜਾ ਸੀ। ਤੇ ਮਹਾਰਾਜਾ ਬਿਕਰਮਜੀਤ ਨੇ 1000 ਮੋਹਰ ਖਜ਼ਾਨਚੀ ਨੂੰ ਆਗਿਆ ਕਰਕੇ ਦਵਾ ਦਿੱਤੀ। ਉਹ ਮੌਕਾ ਤਾੜਦਾ ਰਿਹਾ, ਕਿਉਂਕਿ ਜਿਹੜੇ ਖਾਨਾ ਫੂਸੀ ਵਾਲੇ ਹੁੰਦੇ ਉਹ ਫਿਰ ਦੇਖਦੇ ਰਹਿੰਦੇ ਨੇ। ਕਿਉਂ ਦਾਤਾ ਦਾਨ ਕਰੇ ਭੰਡਾਰੀ ਦਾ ਪੇਟ ਪਾਟੇ ਵਾਲੀ ਗੱਲ ਹੈ। ਉਹ ਮੋਹਰਲੇ ਐਵੇਂ ਤੰਗੀ ਮੰਨੀ ਜਾਣਗੇ। ਕਹਿਣ ਲੱਗਾ ਮਹਾਰਾਜ ਕੀ ਤੁਛ ਜੋੜਾ ਲਿਆ ਸੀ, ਤੁਸੀਂ 1000 ਸੋਨੇ ਦੀ ਮੋਹਰ ਦੇ ਦਿੱਤੀ। ਕਿ ਇਸ ਤਰ੍ਹਾਂ ਕਰਨ ਲੱਗੇ ਖਜ਼ਾਨਾ ਖਾਲੀ ਹੋ ਜਾਏਗਾ, ਫਿਰ ਇਹ ਪ੍ਰਬੰਧ ਕਿਵੇਂ ਚੱਲੇਗਾ। ਰਾਜ ਦੇ ਖਰਚੇ ਵੀ ਬਹੁਤ ਹੁੰਦੇ ਆ। ਕਹਿਣ ਲੱਗੇ ਵੀ ਹੁਣ ਤਾਂ ਹੋ ਗਿਆ ਜੋ ਹੋਣਾ ਸੀ, ਤੇ ਹੁਣ ਥੁੱਕ ਕੇ ਥੋੜ੍ਹੀ ਚੱਟਣਾ ਚਾਹੀਦਾ। ਜੇ ਦਾਨ ਦੇ ਕੇ ਲੈ ਲਿਆ ਫਿਰ ਦਾਨ ਤਾਂ ਨਾ ਗੱਲ ਹੋਈ। ਅਗੇ ਨਹੀਂ ਮਹਾਰਾਜ ਤੁਸੀਂ ਕਿਉਂ ਨਾ ਕਰੋ, ਤੁਹਾਨੂੰ ਜੁਗਤੀ ਦਾ ਦੇ ਕਿ ਮੋਚੀ ਨੂੰ ਬੁਲਾਇਆ ਜਾਏ। ਉਹਨੂੰ ਕਹਿਣਾ ਵੀ ਜੋੜਾ ਇਹ ਤੇਰਾ ਠੰਡਾ ਹੈ ਕਿ ਗਰਮ ਹੈ। ਜੇ ਉਹ ਕਹੇ ਗਰਮ ਆ ਤੇ ਤੁਸੀਂ ਕਹਿਣਾ ਮੈਨੂੰ ਤਾਂ ਠੰਡਾ ਚਾਹੀਦਾ ਸੀ। ਜੇ ਉਹ ਕਹੇ ਠੰਡਾ ਤੇ ਤੁਸੀਂ ਕਹਿਣਾ ਗਰਮ ਚਾਹੀਦਾ ਸੀ। ਤੂੰ ਮੇਰੀ ਭਾਵਨਾ ਦੀ ਉਲਟ ਬਣਾਇਆ, ਇਸ ਕਰਕੇ ਜਿਹੜੀ ਮੋਹਰ ਆ ਉਹ ਵਾਪਸ ਮੋੜੀ ਜਾਏ। ਮੋਚੀ ਨੂੰ ਬੁਲਾਇਆ ਗਿਆ, ਉਹਨੇ ਨਮਸਕਾਰ ਕੀਤੀ। ਮਹਾਰਾਜ ਆਪ ਜੀ ਦਾ ਕੀ ਹੁਕਮਨਾਮਾ ਹੈ। ਕਹਿਣ ਲੱਗੇ ਮੋਚੀ ਇਹ ਜੋੜਾ ਤੇਰਾ ਗਰਮ ਆ ਜਾਂ ਠੰਡਾ। ਕਹਿੰਦੇ ਮਹਾਰਾਜ ਮੈਨੂੰ ਠੰਡੇ ਤੱਤੇ ਬਾਰੇ ਤਾਂ ਪਤਾ ਨਹੀਂ, ਮੈਂ ਤਾਂ ਆਪ ਜੀ ਵਾਸਤੇ ਆਪਣੀ ਸ਼ਰਧਾ ਔਰ ਪਿਆਰ ਦੇ ਨਾਲ ਲੈ ਕੇ ਆਇਆ ਕਿ ਤੁਸੀਂ ਸਾਡੇ ਮਹਾਰਾਜਾ ਹੋ। ਨਾ ਮੈਨੂੰ ਕਿਸੇ ਨੇ ਕਿਹਾ ਨਾ ਪ੍ਰੇਰਿਆ, ਮੈਂ ਆਪਣੀ ਭਾਵਨਾ ਦੇ ਨਾਲ ਸ਼ਰਧਾ ਦੇ ਨਾਲ ਆਇਆ। ਠੰਡੇ ਤੱਤੇ ਤੋਂ ਅਨਭੇਗਿਆ ਅਣਜਾਣਿਆ, ਸਿਰਫ ਸ਼ਰਧਾ ਦੇ ਪੱਖ ਨਾਲ, ਪਿਆਰ ਦੇ ਨਾਲ। ਨਾ ਇਸ ਇੱਛਾ ਨੇ ਮੈਨੂੰ ਕੋਈ ਮਾਇਆ ਮਿਲੇ ਨਾ ਮਿਲੇ। ਉਹ ਬਹੁਤ ਖੁਸ਼ ਹੋਏ ਵੀ ਕਮਾਲ ਦੀ ਗੱਲ ਆ, ਉੱਤਰ ਬਹੁਤ ਵਧੀਆ ਦਿੱਤਾ ਗਿਆ। ਕਹਿਣ ਲੱਗੇ ਖਜ਼ਾਨਚੀ ਨੂੰ ਇਹਨੂੰ ਖਜ਼ਾਨੇ 'ਚੋਂ 1000 ਮੋਹਰ ਹੋਰ ਦੇ ਦਿਓ। 1000 ਮੋਹਰ ਦਿੱਤੀ। ਵਜ਼ੀਰ ਦੇਖੀ ਜਾਂਦਾ ਵੀ ਕਮਾਲ ਦੀ ਗੱਲ ਹੈ, ਫਿਰ ਮੈਂ ਤਾਂ ਲੂਤੀ ਲਾਈ ਸੀ, ਗੱਲ ਬਣੀ ਨਹੀਂ। ਉਹ ਜਿਹੜੇ 1000 ਮੋਹਰ ਦਿੱਤੀ, ਹੁਣ 1000 ਵੀ ਕਾਫੀ ਢੇਰ ਬਣ ਜਾਂਦਾ। ਉਹ ਚੁੱਕਣ ਲੱਗਿਆ ਤੇ ਉਹਨੂੰ ਆਪਣੇ ਥੈਲੇ 'ਚ ਪਾਉਣਾ ਸੀ। ਉਹ ਇੱਕ ਮੋਹਰ ਜਿਹੜੀ ਸੀ ਉਹ ਡਿੱਗ ਪਈ ਤੇ ਕੱਚਾ ਥਾਂ ਸੀ, ਉਹ ਮਿੱਟੀ ਫਰੋਲਣ ਲੱਗ ਗਿਆ। ਉਹ ਵਜ਼ੀਰ ਨੂੰ ਫੇਰ ਕਹਿੰਦਾ ਦੇਖੋ ਮਹਾਰਾਜ ਇਹ ਮੋਚੀ ਤੁਹਾਡੀ ਬੇਅਦਬੀ ਕਰ ਰਿਹਾ ਹੈ। ਪਹਿਲਾਂ ਇਹਨੂੰ 1000 ਮੋਹਰ ਦਿੱਤੀ, ਦੂਜੀ ਵਾਰੀ ਫੇਰ ਹੁਣ ਐਡਾ ਲਾਲਚੀ ਹੈ ਕਿ ਹੁਣ ਮਿੱਟੀ ਫਰੋਲੀ ਜਾਂਦਾ ਹੈ। ਤੇ ਰਾਜੇ ਨੇ ਕਿਹਾ ਵੀ ਕਿਉਂ ਬਈ, ਤੈਨੂੰ ਸਬਰ ਨਹੀਂ ਆਇਆ, 2000 ਮੋਹਰ ਦਿੱਤੀ ਹੈ, ਤੂੰ ਹੋਰ ਲਾਲਚੀ ਹੈ, ਮਿੱਟੀ ਫਰੋਲ ਕੇ ਲੱਜ ਰਿਹਾ। ਉਹ ਕਹਿੰਦੇ ਮਹਾਰਾਜ ਮਿੱਟੀ ਫਰੋਲਣ ਦੀ ਗੱਲ ਨਹੀਂ, ਜਿਹੜੀ ਮੋਹਰ ਆਪ ਜੀ ਨੇ ਦਿੱਤੀ ਹੈ ਇਹਦੇ ਇੱਕ ਪਾਸੇ ਪਰਮਾਤਮਾ ਦਾ ਨਾਮ ਲਿਖਿਆ ਹੋਇਆ, ਦੂਸਰੇ ਪਾਸੇ ਆਪ ਜੀ ਦਾ ਚਿੱਤਰ ਹੈ, ਤੁਹਾਡਾ ਨਾਮ ਹੈ, ਸਿੱਕੇ 'ਤੇ ਸੰਮਤ ਵਗੈਰਾ ਲਿਖਿਆ ਹੋਇਆ।
ਤੁਸੀਂ ਸਾਡੇ ਮਹਾਰਾਜੇ ਆ, ਜੋ ਮਿੱਟੀ 'ਚ ਰੁਲੇ ਤੇ ਤੁਹਾਡੀ ਬੇਅਦਬੀ ਹੈ, ਤੇ ਮੈਂ ਇਸ ਤਰ੍ਹਾਂ ਤੁਹਾਡੀ ਬੇਅਦਬੀ ਕਿਵੇਂ ਬਰਦਾਸ਼ਤ ਕਰ ਸਕਦਾ। ਰਾਜੇ ਨੇ ਕਿਹਾ ਕਮਾਲ ਦੀ ਗੱਲ ਹੈ ਕਿ ਮੋਚੀ ਕਿਤਨਾ ਸੂਝਵਾਨ ਅਕਲਵਾਨ ਹੈ। ਉਹਨੇ ਕਿਹਾ ਇਹਨੂੰ 1000 ਮੋਹਰ ਹੋਰ ਦੇ ਦਿਓ। ਇਹ ਗੱਲ ਹੈਗੀ ਹੈ ਵਿਚਾਰ ਦੀ, ਅਕਲ ਦੀ। ਅੱਜ ਹੁਣ ਸੰਸਾਰ ਪੜ੍ਹ ਲਿਖ ਬਹੁਤ ਗਿਆ, ਪਰ ਜਿਹੜੀ ਵਿਵੇਕ ਬੁੱਧੀ ਵਾਲੀ ਅਕਲ ਸੀ ਉਹ ਕਿਸੇ ਕਿਸੇ ਨੂੰ ਮਿਲਦੀ ਹੈ, ਕਿਉਂਕਿ ਅੱਗੇ ਲੋਕਾਂ ਦੀ ਗੁਰੂ ਉਸਤਾਦ ਦੇ ਉੱਤੇ ਭਾਵਨਾ ਹੁੰਦੀ ਸੀ, ਸ਼ਰਧਾ ਹੁੰਦੀ ਸੀ, ਸੇਵਾ ਕਰਕੇ ਗੁਣ ਮਿਲਦਾ ਸੀ। ਹੁਣ ਨਾ ਕੋਈ ਸ਼ਰਧਾ ਹੈ, ਨਾ ਕੋਈ ਭਗਤੀ ਹੈ, ਨਾ ਕੋਈ ਪ੍ਰੇਮ ਆ, ਨਾ ਕੋਈ ਸੇਵਾ। ਉਹ ਕਹਿੰਦੇ ਵੀ ਅਸੀਂ ਉਹ ਮਾਇਆ ਲਈ ਪੜ੍ਹਾਉਂਦੇ ਆ, ਉਹ ਮਾਇਆ ਦੇ ਕੇ ਪੜ੍ਹਦੇ ਆ, ਸ਼ਰਧਾ ਛੁਰਦਾ ਹੈ ਨਹੀਂ। ਤੇ ਨਾ ਉਸ ਵਿਦਿਆ ਨੇ ਮਾਤਾ ਪਿਤਾ ਦੇ ਅੰਦਰ ਸ਼ਰਧਾ ਪੈਦਾ ਕੀਤੀ, ਨਾ ਜਿਹੜੇ ਪੜ੍ਹਾਉਣ ਵਾਲੇ ਉਹਨਾਂ ਵਿੱਚ ਨਾ ਦੇਸ਼ ਰਾਸ਼ਟਰ ਪ੍ਰਤੀ ਭਾਵਨਾ ਸ਼ਰਧਾ ਦੀ ਹੋਈ, ਨਾ ਬੰਦਗੀ ਵਾਲੇ ਮਹਾਂਪੁਰਸ਼ਾਂ ਦੇ, ਨਾ ਗੁਰੂ ਇਸ਼ਟ ਦੇ ਉੱਤੇ, ਨਾ ਨਿਸ਼ਾਨ ਧਾਮ ਦੇ ਉੱਤੇ। ਤੇ ਸਾਰਾ ਸੰਸਾਰ ਨਿਸ਼ਰਦਕ ਔਰ ਨਾਸਤਕਤਾ ਦੇ ਦੌਰ ਵਿੱਚ ਘੁੰਮ ਰਿਹਾ। ਤੇ ਜਿਹੜੇ ਬੰਦੇ ਦੇ ਅੰਦਰ ਆਸਤਕ ਭਾਵਨਾ ਨੇ, ਉਹ ਤੋਂ ਕੀ ਆਸ ਰੱਖੀ ਜਾ ਸਕਦੀ ਹੈ ਕਿ ਉਹ ਆਪਣਾ ਜਾਂ ਕਿਸੇ ਦਾ ਭਲਾ ਕਰ ਕਰਾ ਲਏਗਾ। ਇਸ ਤਰ੍ਹਾਂ ਦਾ ਸੰਸਾਰ ਹੈ। ਹੁਣ ਮੋਚੀ ਇੱਕ ਗਰੀਬ ਆਦਮੀ ਹੈ, ਉਹਦੀ ਭਾਵਨਾ, ਉਹਦੇ ਅੰਦਰ ਜਿਹੜੀ ਸੂਝ-ਬੂਝ ਸੀ, ਉਸ ਨੇ ਦੇਸ਼ ਦੇ ਸਮਰਾਟ ਦਾ ਕਿਵੇਂ ਮਨ ਜਿੱਤਿਆ। ਔਰ ਜਿਹੜੇ ਉਹਦੇ ਰਾਹ ਵਿੱਚ ਰੋੜਾ ਅਟਕਾਉਣ ਵਾਲੇ ਸੀ, ਉਹਦੀ ਵਿਚਿੱਤਰ ਬੁੱਧ ਦੇ ਕਾਰਨ ਵਜ਼ੀਰ ਫੇਲ ਹੋ ਗਏ। ਇਸ ਕਰਕੇ ਬਾਣੀ ਜਿਹੜੀ ਹੈ ਉਹ ਸਾਨੂੰ ਸੂਝ-ਬੂਝ ਵਿਚਾਰ ਦਿੰਦੀ ਹੈ। ਸ਼ਬਦ ਦੇ ਲੜ ਲਾਇਆ, ਸ਼ਬਦ ਵਿੱਚ ਗਿਆਨ ਆ, ਕਿਉਂਕਿ ਗਿਆਨ ਗੁਰੂ ਆਤਮ ਉਪਦੇਸ਼ੋ ਧਿਆਨ ਬਭੂਤ ਲਗਾਓ। ਇਹ ਗੁਰੂ ਗ੍ਰੰਥ ਸਾਹਿਬ ਗਿਆਨ ਗੁਰੂ ਆ। ਇਹ ਤੋਂ ਆਪਾਂ ਵਿਚਾਰ ਵਿਵੇਕ ਬੁੱਧੀ ਲੈ ਕੇ ਚੱਲਣਾ ਹੈ। ਜਿਹੜੇ ਫਿਰ ਉਹ ਵਿਚਾਰ ਲੈ ਕੇ ਤੁਰਦੇ ਆ, ਉਹਨਾਂ ਦਾ ਇਹ ਲੋਕ ਤੇ ਪਰਲੋਕ ਵੀ ਦੋਨੋਂ ਸਫਲ ਹੋ ਜਾਂਦੇ ਆ। ਪਰ ਹੁਣ ਸਵਾਲ ਇਸ ਗੱਲ ਦਾ, ਇੰਨੀ ਗੱਲ ਤੇ ਸਾਰੇ ਕਹਿੰਦੇ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਦੇ ਹਾਂ। ਜਦੋਂ ਇਹਦੀ ਕਥਾ ਵਾਰਤਾ ਹੁੰਦੀ ਹੈ, ਕੋਈ ਬਹਿ ਕੇ ਸੁਣਨੇ ਲਈ ਤਿਆਰ ਨਹੀਂ। ਤੇ ਜੇ ਗੁਰੂ ਆ, ਗੁਰੂ ਦੀ ਗੱਲ ਹੀ ਨਹੀਂ ਸੁਣਦੇ, ਫਿਰ ਸਾਡੇ ਕੋਲ ਗੁਰਮਤਿ ਆਏਗੀ ਕਿਵੇਂ ਤੇ ਮਨਮਤ ਕਿਵੇਂ ਜਾਏਗੀ। ਤੇ ਜੇ ਇਸ ਤਰ੍ਹਾਂ ਘੁੰਮ ਘੁਮਾ ਕੇ ਆਏ ਵੀ, ਸਮਾਂ ਵੀ ਕੱਢਿਆ, ਚਾਹ ਪਕੌੜੇ ਛਾਦੇ, ਛਕ ਛਕਾ ਲੈ, ਲੰਗਰ ਪਾਣੀ, ਜਾਂ ਵੱਡਿਆਂ ਪੁਰਬਾਂ 'ਤੇ ਲੋਕ ਬਹੁਤ ਤਰ੍ਹਾਂ ਦੇ ਭੰਡਾਰੇ ਭਡੂਰੇ ਬਣਾਉਂਦੇ ਆ, ਛਕ ਛਕਾ ਕੇ ਚਲੇ ਗਏ। ਉਹ ਤਾਂ ਫਿਰ ਜਿਸ ਤਰ੍ਹਾਂ ਆਏ ਉਸੇ ਤਰ੍ਹਾਂ ਹੀ ਚਲੇ ਗਏ, ਸਖਣੇ ਹੀ ਚਲੇ ਗਏ, ਖਾਲੀ ਰਹਿ ਗਏ। ਕਿੰਨਾ ਮੀਂਹ ਪਏ, ਪਹਾੜ ਫੇਰ ਸੁੱਕੇ ਦਾ ਸੁੱਕਾ ਹੀ, ਘੜਾ ਮੁੰਦਾ ਹੋਵੇ ਫਿਰ ਵੀ ਖਾਲੀ ਰਹੇਗਾ। ਇਸ ਵਾਸਤੇ ਤਾਂ ਫਿਰ ਫਰੀਦਾ ਮਨ ਮੈਦਾਨ ਕਰ ਟੋਏ ਟਿੱਬੇ ਲਾ, ਫਿਰ ਇਹ ਗੱਲ ਬਣੇਗੀ। ਸੋ ਆਓ, ਧੰਨ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜੀ ਨੇ ਆਪ ਗੁਰੂ ਘਰ ਦੇ ਅੰਦਰ ਕਿਸ ਤਰ੍ਹਾਂ ਸ਼ਬਦ ਦੀ ਪੜ੍ਹਾਈ ਕੀਤੀ, ਹੁਕਮ ਦੀ, ਔਰ ਮਹਾਰਾਜ ਦੇ ਘਰ ਦੀ ਸੇਵਾ ਕਰਕੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਦੀ ਗੱਦੀ ਦਾ ਇਹ ਸੱਚਾ ਰਾਜ ਪ੍ਰਾਪਤ ਕੀਤਾ।
ਆਪ ਕਰਕੇ ਦਿਖਾਇਆ। ਇਹ ਨਹੀਂ ਕਿ ਆਮ ਕਵਿਤਾ ਵਾਲ ਗੱਲ ਬਹੁਤ ਵੱਡੀ ਕਰ ਜਾਂਦੇ ਆ, ਪਰ ਜੇ ਦੇਖਿਆ ਜਾਏ ਆਪ ਉਹਨਾਂ ਦਾ ਉਹਦੇ 'ਤੇ ਚੱਲਣ ਚਲਾਉਣਾ ਬੜਾ ਘੱਟ ਹੁੰਦਾ। ਪਰ ਮਹਾਰਾਜ ਨੇ ਜੋ ਬਚਨ ਕੀਤਾ ਪਹਿਲਾਂ ਉਹਦੇ 'ਤੇ ਆਪ ਗੁਜ਼ਰੇ ਆ, ਪੂਰਾ ਅਭਿਆਸ ਕਰਕੇ ਦਿਖਾਇਆ। ਸੇਵਾ ਇਉਂ ਕਰਨੀ ਹੈ, ਸਤਸੰਗ ਇਵੇਂ ਕਰਨਾ ਹੈ, ਨਾਮ ਬਾਣੀ ਦਾ ਅਭਿਆਸ ਇਸ ਤਰ੍ਹਾਂ, ਹੁਕਮ ਮੰਨਣ ਦੀ ਪੜ੍ਹਾਈ ਇਸ ਪ੍ਰਕਾਰ ਦੀ ਹੈ। ਸੋ ਧੰਨ ਸ਼੍ਰੀ ਗੁਰੂ ਅਮਰਦਾਸ ਜੀ ਮਹਾਰਾਜ ਆਪ ਬਖਸ਼ਿਸ਼ ਕਰਦੇ ਹਨ। ਇਕ ਓੰਕਾਰ ਸਤਿਗੁਰ ਪ੍ਰਸਾਦ। ਵਾਹਿਗੁਰੂ ਪਰਮੇਸ਼ਰ ਜੀ ਇੱਕ, ਅਦਵੈਤ ਰੂਪ ਦਵੈਸ਼ ਤੋਂ ਰਹਿਤ ਏਕਤਾ ਵਾਲੇ ਹਨ। ਓੰਕਾਰ ਪ੍ਰਕਾਸ਼ ਸਰੂਪ, ਸਤਿ ਆਨੰਦ ਸਰੂਪ, ਸਤ ਸਰੂਪ ਆ, ਚੇਤਨ ਸਰੂਪ ਆ, ਪ੍ਰਸਾਦ ਆਨੰਦ ਸਰੂਪ ਆ। ਤੇ ਸਤਿਗੁਰੂ ਜੀ ਦੀ ਪ੍ਰਸਾਦ ਕਿਰਪਾ ਦੁਆਰਾ ਹੀ ਉਸ ਨਿਰੰਕਾਰ ਪਰਮੇਸ਼ਰ ਦੀ ਪ੍ਰਾਪਤੀ ਹੁੰਦੀ ਹੈ। ਇਹੋ ਧਨ ਅਖੁੱਟ, ਇਹ ਜਿਹੜਾ ਨਾਮ ਰੂਪੀ ਧਨ ਇਹ ਖੋਟਿਆ, ਇਹ ਮੁੱਕਣ ਵਾਲਾ ਨਹੀਂ, ਕਿਉਂਕਿ ਅਖੁੱਟ ਖਜ਼ਾਨਾ ਸਤਿਗੁਰ ਦੀਆ, ਤੋਟ ਨਹੀਂ ਰੇ ਮੁਕਤੀ। ਇਹ 'ਚ ਤੋਟ ਨਹੀਂ ਆਉਂਦੀ ਨਾ, ਇਹ ਮੁੱਕਦਾ ਨਹੀਂ ਹੈ। ਨਾਨਕ ਟੁੱਟੈ ਨਾ ਜਾਏ, ਇਹਨੂੰ ਪੁੱਟਦਾ ਨਹੀਂ, ਇਹ ਆ ਜਾ ਤੇ ਜਾਂਦਾ ਵੀ ਹੈ ਨਹੀਂ, ਕਿਉਂਕਿ ਨਾਮ ਵਿੱਚ ਸਾਰੀਆਂ ਹੀ ਬਰਕਤਾਂ ਹੈਗੀਆਂ। ਉਹ ਨਾਮ ਦੀ ਬਰਕਤ ਨਾਲ ਹੀ ਸਾਰੇ ਕਾਰਜ ਕਰਦੇ ਆ। ਬੜੇ ਬੜੇ ਅਮੀਰ ਵਜ਼ੀਰ ਬਾਦਸ਼ਾਹ ਸੇਠ ਲੋਕ, ਬੜੇ ਬੜੇ ਜ਼ਮੀਨਾਂ ਜਾਇਦਾਦ ਦੇ ਮਾਲਕ, ਪਰ ਉਹ ਸਾਧ ਸੰਗਤ ਜੀ ਕੋਈ ਲੰਗਰ ਨਹੀਂ ਚਲਾ ਸਕਦਾ ਹੈ। ਇਹ ਗੁਰੂ ਨਾਨਕ ਸਾਹਿਬ ਦਾ ਘਰ ਆ, ਜਿੱਥੇ ਹਮੇਸ਼ਾ ਅੰਨ ਦਾ ਖੇਤਰ ਵੀ, ਇਹ ਨਾਮ ਬਾਣੀ ਦਾ ਵੀ, ਗਿਆਨ ਧਿਆਨ ਦਾ ਖੇਤਰ ਲੱਗਾ ਹੋਇਆ। ਇਹ ਸਾਰਾ ਨਾਮ ਦੀ ਬਰਕਤ ਨਾਲ ਹੀ ਸਾਰਾ ਕੁਝ ਆ ਜਾ ਰਿਹਾ। ਹਾਲੋ ਸ਼੍ਰੋਮਣੀ ਕਮੇਟੀ ਦੇ ਛੋਟੇ ਪ੍ਰਧਾਨ, ਉਹਨਾਂ ਦਾ ਕੋਈ ਫੋਨ ਸੀ, ਕਹਿੰਦੇ ਵੀ ਐਤਕੀ ਇਹਨਾਂ ਦਿਨਾਂ 'ਚ ਦਰਬਾਰ ਸਾਹਿਬ 2 ਕਰੋੜ ਦੇ ਨੇੜੇ ਸੰਗਤ ਮੱਥਾ ਟੇਕਣ ਆਈ ਹੈ। ਤੇ ਸੰਗਤ ਫਿਰ ਕੋਈ ਖਾਲੀ ਤਾਂ ਨਹੀਂ। ਉਹ ਹੁਣ ਜੇ ਲੋਕ ਆਉਂਦੇ ਆ, ਉਹ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ ਦੀ ਕਮਾਈ ਨੂੰ ਆਉਂਦੇ ਆ। ਬਰਕਤ ਇਸ ਘਰ ਦੀ ਜਿਹੜੀ, ਐਵੇਂ ਕੌਣ ਜਾਂਦਾ ਕਿ ਹੁਣ ਕੀੜਿਆਂ ਦੇ ਭੌਣ ਤੇ ਪੱਥਰ ਰੱਖ ਦਿਓ, ਕੀੜੇ ਨੇੜੇ ਨਹੀਂ ਜਾਣਗੇ। ਗੁੜ ਕਿਤੇ ਲੁਕੋ ਕੇ ਰੱਖ ਦਿਓ, ਉੱਥੇ ਲੱਜ ਲੈਂਦੇ ਆ, ਉੱਥੇ ਲੱਜ ਲੈਂਦੇ ਕਿ ਨਹੀਂ। ਔਰ ਬਾਸ਼ਣ ਵਾਲਾ ਫੋਲਿਆ ਭੌਰੇ ਉੱਥੇ ਹੀ ਚੱਲ ਜਾਂਦੇ ਆ। ਭੌਰਿਆਂ ਨੂੰ ਕਿਹੜਾ ਕੋਈ ਅਖਬਾਰਾਂ ਵਿੱਚ ਦੱਸਦਾ, ਖਬਰਾਂ ਲਾਉਂਦਾ ਉਹਨਾਂ ਦੀਆਂ, ਜਾਂ ਨੈਟਾਂ ਦੁਆਰਾ ਦੱਸਦੇ ਆ। ਉਹਨਾਂ ਦੇ ਅੰਦਰ ਉਹ ਸੁਗੰਧੀ ਬਾਸ਼ਨਾ ਨੱਕ ਵਿੱਚ ਅਨੁਭਵ ਐਸਾ ਰੱਖਿਆ, ਦੇਖ ਲਓ ਲੱਜ ਲੈਂਦੇ। ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਦੇ ਘਰ ਦੇ ਜਿਹੜੇ ਪ੍ਰੀਤਵਾਨ ਆ, ਉਹ ਆਪਣੇ ਆਪ ਹੀ ਆ ਜਾਂਦੇ ਆ। ਇਹ ਨਾਮ ਦੀ ਬਰਕਤ ਹੈ, ਇਹ ਖਜ਼ਾਨਾ ਮੁੱਕਣ ਵਾਲਾ ਨਹੀਂ। ਤੇ ਗੌਰਮੈਂਟਾਂ ਨੂੰ ਖਜ਼ਾਨਾ ਖਾਲੀ ਹੈ ਜੀ, ਕਿੱਥੋਂ ਤਨਖਾਹਾਂ ਦੇਈਏ। ਖਜ਼ਾਨਾ ਤਾਂ ਖਾਲੀ ਹੁੰਦਾ ਨਹੀਂ, ਤੁਹਾਡੇ ਆਪਣੇ ਢਿੱਡ ਨਹੀਂ ਭਰ ਰਹੇ। ਜੇ ਤਾਂ ਖਜ਼ਾਨੇ 'ਚ ਜਾਵੇ ਫਿਰ ਤਾਂ ਖਜ਼ਾਨਾ ਖਾਲੀ ਨਾ ਰਹੇ। ਜਿਹੜੇ ਟੈਕਸ ਲੈਂਦੇ ਆ, ਉਹ ਸਾਰਾ ਜਿੰਨਾ ਕੰਮ ਕਰਦੇ ਆ
100 ਚੋਂ 5% ਲਾਉਣਾ, ਬਾਕੀ 95 ਤੇ ਇਹਨਾਂ ਦੇ ਢਿੱਡਾਂ ਵਿੱਚ ਇਹ ਜਾਂਦਾ। ਤੇ ਫਿਰ ਹੁਣ ਖਜ਼ਾਨਾ ਵਿਚਾਰਾ ਕੀ ਕਰੇ? ਜੇ ਤਾਂ ਖਜ਼ਾਨੇ ਨੂੰ ਗੁਰੂ ਦਾ ਸਮਝ ਕੇ ਤੇ ਪਰਜਾ ਦਾ ਇਹ ਧਾਨ ਆ, ਜ਼ਹਿਰ ਆ, ਇਹਦਾ ਦੁਰਉਪਯੋਗ ਨਾ ਕਰੀਏ ਤੇ ਫਿਰ ਇਹਦਾ ਖਜ਼ਾਨਾ ਭਰਿਆ ਰਹੇ। ਪਰ ਉਹ ਆਪਣੇ ਢਿੱਡ ਨਹੀਂ ਭਰਦੇ, ਖਜ਼ਾਨਾ ਖਾਲੀ ਰਹਿੰਦਾ। ਢਿੱਡ ਭਰਨਾ ਚਾਹੀਦਾ, ਖਜ਼ਾਨੇ ਦੀ ਕੋਈ ਗੱਲ ਨਹੀਂ। ਐਸਾ ਹਾਲ ਹੈ। ਸੋ ਇਸ ਵਾਸਤੇ ਪਰ ਗੁਰੂ ਨਾਨਕ ਸਾਹਿਬ ਦਾ ਜਿਹੜਾ ਘਰ ਆ, ਇਹ ਤਾਂ ਸਦਾ ਹੀ ਭਰਿਆ ਰਹਿੰਦਾ, ਸਦਾ ਹੀ ਬਰਕਤਾਂ। ਇਹ ਬਰਕਤ ਵਾਲਾ ਘਰ। ਬਰਕਤ ਕਾਹਦੀ ਹੈ? ਨਾਮ ਦੀ ਹੈ, ਬਾਣੀ ਦੀ ਹੈ। ਉੱਥੇ ਬਾਣੀ ਹੈ ਨਹੀਂ, ਉੱਥੇ ਨਾਮ ਹੈ ਨਹੀਂ, ਉੱਥੇ ਲੋਭ ਹੈ। ਇਸ ਤਰ੍ਹਾਂ ਹੀ ਆ। ਸੋ ਇਸ ਵਾਸਤੇ ਕਹਿੰਦੇ ਖਜ਼ਾਨਾ ਜਿਹੜਾ ਉਹ ਖੁੱਟ ਹੈ, ਇਹਨੂੰ ਖੁੱਟਦਾ ਨਹੀਂ, ਮੁੱਕਦਾ ਨਹੀਂ, ਇਹ ਆਉਣ ਜਾਣ ਵਾਲਾ ਨਹੀਂ, ਇੱਕ ਰਸ ਰਹਿਣ ਵਾਲਾ ਹੈ। ਪੂਰਾ ਸਤਿਗੁਰ ਦੀਆ ਦਿਖਾਏ। ਪੂਰੇ ਸਤਿਗੁਰੂ ਜੀ ਨੇ ਕਿਰਪਾ ਕਰਕੇ ਨਾ ਇਹ ਖਜ਼ਾਨਾ ਦਿਖਾ ਦਿੱਤਾ ਵੀ ਜਿਲੇ ਲੋੜਿਆ ਉਹ ਵਰਤੀ ਚਲਿਓ, ਕੋਈ ਕਮੀ ਪੇਛੀ ਨਹੀਂ ਆਏਗੀ। ਜਦੋਂ ਭਾਈ ਗੁਰਬਖਸ਼ ਜੀ ਨੂੰ ਛੱਡ ਕੇ ਗਏ ਨਾ ਸ਼੍ਰੀ ਅਨੰਦਪੁਰ ਸਾਹਿਬ, ਤਿਆਗ ਕੀਤਾ ਕਿ ਸੀਸਗੰਜ ਧੂਪ ਬੱਤੀ ਕਰਨੀ ਹੈ। ਕਹਿੰਦੇ ਮਹਾਰਾਜ ਹੁਣ ਦੁਸ਼ਟ ਚੌਂਕੜੀ ਦਾ ਜ਼ੋਰ ਆ, ਕਿਸ ਤਰ੍ਹਾਂ ਚੱਲੇਗਾ? ਕਹਿੰਦੇ ਜਦੋਂ ਝਾੜੂ ਫੇਰਿਆ ਕਰੇਗਾ ਮੋਹਰ ਮਿਲਿਆ ਕਰੂ। ਕਹਿੰਦੇ ਜੀ ਮੇਰਾ ਤੇ ਚੱਲ ਜਾਏਗਾ ਆਈ ਗਈ ਸੰਗਤ ਨੂੰ, ਜਾਂ ਸਥਾਨ ਦੀ ਸੇਵਾ ਜਾਂ ਹੋਰ ਸੇਵਾ। ਕਹਿੰਦੇ ਕਲਪਨਾ ਨਹੀਂ ਕਰਨੀ, ਮੰਜੇ ਤੇ ਸਰਾਣਾ ਚੁੱਕ ਕੇ ਦੇਖ ਲਿਆ ਕਰੀ, ਜਿੰਨੀ ਲੋੜ ਆ ਵਰਤ ਲਿਆ ਕਰੀ। ਗੁਰੂ ਤੇਗ ਬਹਾਦਰ ਸਿਮਰਿਐ ਕਰਨੋ ਨਿਧ ਆਵੈ ਧਾਏ। ਇਹ ਸਾਰੀਆਂ ਬਰਕਤਾਂ ਤੈਨੂੰ ਮਹਾਰਾਜ ਦੀ ਕਿਰਪਾ ਨਾਲ ਮਿਲਦੀਆਂ ਰਹਿਣਗੀਆਂ। ਇਹ ਖਜ਼ਾਨਾ ਪੂਰੇ ਸਤਿਗੁਰੂ ਨੇ ਦਿਖਾ ਦਿੱਤਾ ਕਿ ਇਸ ਤਰ੍ਹਾਂ ਹੈ, ਇਹ ਮੁੱਕਣ ਵਾਲਾ ਨਹੀਂ ਹੈ। ਆਪਣੇ ਸਤਿਗੁਰ ਕੋ ਸਾਧ ਕਲ ਜਾਈ। ਅਸੀਂ ਆਪਣੇ ਸਤਿਗੁਰਾਂ ਤੋਂ ਸਦਾ ਹੀ ਬਲਿਹਾਰ ਜਾਂਦੇ ਹਾਂ। ਜਦੋਂ ਮਾਲਵੇ 'ਚ ਗਏ, ਬਰਾੜ ਵਿਗੜ ਗਏ, ਕਹਿਣ ਲੱਗੇ ਮਹਾਰਾਜ ਸਾਡੀਆਂ ਤਲਵਾਂ ਤਨਖਾਹਾਂ ਦਿਓ। ਮਹਾਰਾਜ ਕਹਿੰਦੇ ਹੁਣ ਤੁਹਾਨੂੰ ਪਤਾ ਹੀ ਹੈ ਨਾ ਹਾਲਾਤ ਕਿਸ ਤਰ੍ਹਾਂ ਦੇ ਬੀਤੇ ਹੈ, ਸਬਰ ਕਰੋ ਸਭ ਕੁਝ ਮਿਲ ਜਾਏਗਾ। ਨਹੀਂ ਜੀ ਹੁਣੇ ਘੋੜੇ ਦੀ ਲਗਾਮ ਫੜ ਲਈ। ਮਹਾਰਾਜ ਨੇ ਫਿਰ 4 ਤੀਰ ਚਾਰੇ ਦਿਸ਼ਾਂ ਚਲਾਏ, 4 ਖਚਰਾਂ ਧਾਂਦੀਆਂ ਆ ਗਈਆਂ, ਢਾਲੇ ਭਰ ਭਰ ਕੇ ਦਿੱਤੇ। ਫੇਰ ਕਹਿਣ ਮਹਾਰਾਜ ਇੰਨੇ ਮਹੀਨਿਆਂ ਦਾ ਵਿਆਜ ਵੀ ਚਾਹੀਦਾ। ਆਪਣੇ ਥਾਂ ਅਸੀਂ ਘਰਾਂ 'ਚ ਨੌਕਰ ਛੱਡ ਕੇ ਆਏ ਸੀ, ਉਹਨਾਂ ਨੇ ਵੀ ਸਾਤੋਂ ਮੰਗਣਾ। ਮਹਾਰਾਜ ਕਹਿੰਦੇ ਉਹ ਵੀ ਲੈ ਲਓ। ਤੇ ਦਾਨੇ ਨੂੰ ਕਿਹਾ ਦਾਨਿਆਂ ਤੂੰ ਵੀ ਲੈ ਲਾ। ਕਹਿੰਦੇ ਨਹੀਂ ਮਹਾਰਾਜ ਮੈਨੂੰ ਆਪਣੀ ਸਿੱਖੀ ਦੇ ਦਿਓ। ਪਾਤਸ਼ਾਹ ਕਹਿੰਦੇ ਨਹੀਂ, ਭਾਈਚਾਰੇ ਦਾ ਦਾਣਾ ਸਿਰ ਦੁਖਦੇ ਵੀ ਖਾਣਾ, ਰਲ ਜਾ ਭਾਈਚਾਰੇ ਨਾਲ। ਕਹਿੰਦੇ ਭਾਈਚਾਰੇ ਨੇ ਮੈਨੂੰ ਕੀ ਦੇਣਾ? ਆਪ ਜੀ ਦੇ ਚਰਨਾਂ ਦਾ ਦਾਸ ਬਣਨਾ ਤਾਂ ਸਾਰਾ ਕੁਛ ਹੀ ਆ। ਮਹਾਰਾਜ ਖੁਸ਼ ਹੋ ਗਿਆ। ਕਹਿੰਦੇ ਦਾਨਿਆਂ ਤੈਂ ਮਾਲਵੇ ਦੀ ਰੱਖ ਲਈ, ਮਹਾਂ ਸਿੰਘ ਨੇ ਮਾਝੇ ਦੀ ਰੱਖ ਲਈ ਸੀ। ਜਦੋਂ ਮਾਤਾ ਭਾਗ ਕੌਰ ਦੀ ਪ੍ਰੇਰਨਾ ਨਾਲ ਜਾ ਕੇ ਫਿਰ ਮੁਕਤਸਰ ਸ਼ਹੀਦੀਆਂ ਪ੍ਰਾਪਤ ਕੀਤੀਆਂ ਨਾ, ਮਹਾਂ ਸਿੰਘ ਘਾਇਲ ਜ਼ਖਮੀ ਜਿੰਦੇ ਸੀ। ਮਹਾਰਾਜ ਨੇ ਕਿਹਾ ਮੰਗਲਾ। ਕਹਿੰਦੇ ਨਹੀਂ ਬਦਾਵੇ ਦਾ ਕਾਗਜ਼ ਪਾੜੋ, ਸਿੱਖੀ ਦਿਓ। ਕਹਿੰਦੇ ਹੁਣ ਤਾਂ ਮਾਝੇ ਦੀ ਰੱਖ ਲਈ, ਤੂੰ ਮਾਲਵੇ ਦੀ ਰੱਖ ਲਈ, ਕਿਉਂ ਮਹਾਰਾਜ ਦੇ ਚੋਜ ਐਸੇ ਹੈ। ਸੋ ਇਸ ਵਾਸਤੇ ਅਸੀਂ ਆਪਣੇ ਸਤਿਗੁਰਾਂ ਤੋਂ ਸਦਾ ਵਾਸਤੇ ਬਲਿਹਾਰ ਜਾਂਦੇ ਹਾਂ। ਜਦੋਂ ਮਹਾਰਾਜ ਪੌਂਟਾ ਸਾਹਿਬ ਤੋਂ ਕਪਾਲ ਮੋਚਨ ਆ ਗਏ, ਇੱਥੇ ਮਹਾਰਾਜ ਗੁਰੂ ਨਾਨਕ ਪਾਤਸ਼ਾਹ ਜੀ ਨੇ ਕਰਨ ਪਾਏ ਆ ਗੁਰਦੁਆਰਾ ਸਾਹਿਬ।
ਉਸ ਇਲਾਕੇ ਦੀ ਸੰਗਤ ਫਿਰ ਉੱਥੇ ਗੁਰੂ ਨਾਨਕ ਸਾਹਿਬ ਜੀ ਦਾ ਗੁਰਪੁਰਬ, ਜਿਵੇਂ ਆਪਾਂ ਸ਼੍ਰੀ ਬੇਰ ਸਾਹਿਬ ਮਨਾਉਂਦੇ ਜਾਂ ਸ਼੍ਰੀ ਨਨਕਾਣਾ ਸਾਹਿਬ, ਉੱਧਰ ਦੀ ਸੰਗਤ ਉੱਥੇ ਧੂਮ-ਧਾਮ ਨਾਲ ਮਨਾਉਂਦੀ ਹੈ। ਅਤੇ ਮਹਾਰਾਜ ਵੀ ਆ ਗਿਆ ਕਿ ਮਹਾਰਾਜ ਸੱਚੇ ਪਾਤਸ਼ਾਹ ਦਾ ਗੁਰਪੁਰਬ ਮਨਾਇਆ ਜਾਣਾ ਹੈ। ਹੁਣ ਸਰੋਪੇ ਦੇਣੇ ਸੀ, ਉਹ ਬਾਜ਼ਾਰਾਂ 'ਚ ਭੇਜਿਆ, ਇਲਾਕਾ ਪਿਛੜਿਆ ਸੀ। ਸਰੋਪੇ ਜਿਹੜੇ ਸੀ ਉਹ 300 ਪੱਗਾਂ ਮਿਲੀਆਂ। ਅਤੇ ਮਹਾਰਾਜ ਪੁੱਛਣ ਲੱਗੇ ਵੀ ਕਿੰਨੇ ਕੁ ਚਾਹੀਦੇ? ਕਹਿੰਦੇ ਮਹਾਰਾਜ 1000 ਕੁ ਨਾਲ ਕੰਮ ਚੱਲਣਾ। ਮਹਾਰਾਜ ਕਹਿੰਦੇ ਫਿਰ? ਕਹਿੰਦੇ ਜੀ ਬਾਜ਼ਾਰਾਂ 'ਚ ਤਾਂ ਘੁੰਮ ਲਿਆ, ਮਿਲ ਮਿਲਾ ਨਹੀਂ ਰਹੇ, ਪੈਸੇ ਨਾ ਵੀ ਨਹੀਂ ਮਿਲਦੇ। ਉੱਥੇ ਫਿਰ ਉਹ ਕਪਾਲ ਮੋਚਨ ਤੀਰਥ ਹੈਗਾ। ਮਹਾਰਾਜ ਕਹਿੰਦੇ ਫਿਰ ਐਂ ਜੇ ਹੁਣ ਉਵੇਂ ਇਹਨਾਂ ਦੀਆਂ ਪੱਗਾਂ ਪੁੱਗਾਂ ਲਾਈਆਂ, ਲੋਕ ਕਹਿਣਗੇ ਲਓ ਜੀ ਪੱਗਾਂ ਲਾ ਲਈਆਂ, ਫਿਰ ਇਹ ਸਰਕਾਰੀ ਦਰਬਾਰੇ ਜਾਣਗੇ, ਕੋਈ ਝੜਪ ਝੁੜਪ ਵੀ ਹੋ ਸਕਦੀ ਹੈ। ਕਿਸ ਤਰ੍ਹਾਂ? ਮਹਾਰਾਜ ਕਹਿੰਦੇ ਵੀ ਆਹ ਜਿਹੜੇ ਨਾ ਸਰੋਵਰ ਦੇ ਦੁਆਲੇ ਕੋਈ ਪਿਸ਼ਾਬ ਕਰ ਰਿਹਾ, ਕੋਈ ਗੰਦ ਪਿੱਲ ਕਰ ਰਿਹਾ, ਕੋਈ ਸਰੋਵਰ 'ਚ ਹੱਥ ਹੁੱਥ ਧੋ ਰਹੇ ਹੈ, ਅਤੇ ਨਾ ਤਾਂ ਸਰੋਵਰ ਦੀ ਉਹ ਪਵਿੱਤਰਤਾ ਕਾਇਮ ਹੋ ਜਾਏਗੀ। ਉਹ ਹੁਣ ਨਵੀਆਂ ਨਵੀਆਂ ਪੱਗਾਂ ਬੰਨ੍ਹ ਕੇ ਆਏ ਸੀ ਵੀ ਮੇਲੇ 'ਤੇ ਜਾਣਾ, ਪਰਲੇ ਪੁਰਲੇ ਛੱਡੇ ਹੋਏ ਸੀ। ਅਤੇ ਮਹਾਰਾਜ ਕਹਿੰਦੇ ਇਹਨਾਂ ਨੂੰ ਥੋੜ੍ਹੀ ਜਿਹੀ ਸਜ਼ਾ ਵੀ ਝਾੜ ਚੰਬ ਕਰ ਦਿਓ, ਕੁੱਟਿਓ ਕਟਿਓ ਤਾਂ ਹੈ ਨਾ, ਇਹਨਾਂ ਦੀਆਂ ਪੱਗਾਂ ਲਾ ਲਓ, ਆਪਣਾ ਕੰਮ ਚੱਲ ਜਾਊਗਾ, ਅਤੇ ਨਾਲੇ ਤੀਰਥ ਦੀ ਪਵਿੱਤਰਤਾ ਵੀ ਕਾਇਮ ਰਹਿ ਜੂ। ਉਹ ਜਿਹੜੇ ਕਿਹਾ ਵੀ ਤੁਸੀਂ ਆਏ ਤੀਰਥਾਂ 'ਤੇ, ਇੱਥੇ ਤੁਸੀਂ ਪਿਸ਼ਾਬ ਕਰਦੇ ਆ, ਗੰਦ ਪਿੱਲ ਕਰਦੇ ਆ, ਵਿੱਚ ਹੱਥ ਧੋਣੇ ਆ, ਲੋਕ ਜਰਨਾਮਤ ਪੀਂਦੇ ਆ। ਹੁਣ ਆਪਣੇ ਤਾਂ ਸਰੋਵਰਾਂ ਦੇ ਵਿੱਚ ਪਹਿਰਾ ਪੂਰਾ ਨਾ, ਇਹਨਾਂ ਦੇ ਤੀਰਥਾਂ 'ਤੇ ਤਾਂ ਇਹੋ ਜਿਹੇ ਕੰਮ ਆ। ਆਹ ਕੁੰਭਾਂ ਦੇ ਮੇਲਿਆਂ 'ਤੇ ਥੋੜ੍ਹਾ ਗੰਦ ਪਿਆ ਹੁੰਦਾ ਸੀ, ਹੁਣ ਤਾਂ ਥੋੜ੍ਹਾ ਜਿਹਾ ਸਰਕਾਰ ਲੱਗ ਪਈ। ਅੱਗੇ ਦਾ ਵਾਹਿਗੁਰੂ ਵਾਹਿਗੁਰੂ ਤੋਬਾ ਤੋਬਾ। ਉਹ ਸਾਧ ਸੰਗਤ ਜੀ ਫਿਰ ਆਪਣੇ ਉਹ ਸਿੰਘਾਂ ਨੇ ਫਿਰ ਲਾ ਲਈਆਂ ਪੱਗਾਂ, ਅਤੇ ਉਹਨਾਂ ਨੂੰ ਫਿਰ ਡਾਂਟ ਡਾਵਟ ਵੀ ਕੀਤੀ, ਤੁਸੀਂ ਤੀਰਥਾਂ ਦੇ ਪਾਪ ਧੋਣ ਆਏ ਆ ਕਿ ਪਾਪ ਚੜ੍ਹਾਉਣ ਆਏ ਆ? ਇੱਥੇ ਆ ਕੇ ਪਿਸ਼ਾਬ ਕਰਦੇ ਆ, ਇੱਥੇ ਗੰਦ ਕਰਦੇ ਆ, ਇੱਥੇ ਆ ਕੇ ਵਿੱਚ ਹੱਥ ਧੋਣੇ ਆ ਮੈਲੇ ਵਾਲੇ। ਫਿਰ ਉਹ ਲੋਕ ਖੁਸ਼ ਬੜੇ ਹੋਏ ਵੀ ਮਹਾਰਾਜ ਨੇ ਤਾਂ ਬਈ ਤੀਰ ਦੀ ਪਵਿੱਤਰਤਾ ਕਾਇਮ ਕਰਤੀ। ਅਤੇ ਉਹ ਭਿਜਲੇ। ਮਹਾਰਾਜ ਕਹਿੰਦੇ ਕਿੰਨੀਆਂ ਕੁ ਪੱਗਾਂ? ਕਹਿੰਦੇ ਜੀ 700 ਮਿਲ ਗਈ ਹੈ। ਮਹਾਰਾਜ ਕਹਿੰਦੇ ਫਿਰ ਠੀਕ ਹੈ, ਧੋਬੀਆਂ ਨੂੰ ਕਹਿ ਕੇ ਇਹਨਾਂ ਨੂੰ ਚੰਗੀ ਤਰ੍ਹਾਂ ਸਾਫ਼ ਕਰਾ ਲਓ, ਹੈ ਤਾਂ ਨਵੀਆਂ ਹੀ, ਇੱਕ ਵਾਰੀ ਸਾਫ਼ ਕਰਾ ਲਓ। ਉਹ ਫਿਰ ਜਿਹੜੇ ਗੁਰਸਿੱਖ ਸੀ ਉਹਨਾਂ ਨੂੰ ਤਾਂ ਫਿਰ ਸਰੋਪੇ ਦੂਏ ਦੇ ਦਿੱਤੇ ਜਿਹੜੇ ਪਹਿਲੇ ਸੀ, ਅਤੇ ਵਿੱਚ ਹੁਣ ਮਹਾਰਾਜ ਦੀ ਫੌਜ ਦੇ ਤਨਖਾਹਦਾਰ ਵੀ ਹੈਗੇ ਸੀ, ਉਹਨਾਂ ਨੂੰ ਫਿਰ ਸੇਵਾ ਉਹਨੇ ਵੀ ਕੀਤੀ ਸੀ, ਮਹਾਰਾਜ ਨੇ ਵੀ ਉਹਨਾਂ ਨੂੰ ਉਹ ਦੇ ਦਿੱਤੇ। ਸੋ ਇਸ ਵਾਸਤੇ ਫਿਰ ਉਹ ਤੀਰਥ ਦੀ ਪਵਿੱਤਰਤਾ ਵੀ ਕਾਇਮ ਕੀਤੀ। ਅੱਜ ਹੁਣ ਕਈ ਕਹਿਣਗੇ ਲਓ ਜੀ ਆਪਣਾ ਕਪਾਲ ਮੋਚਨ ਕੀ ਹੈ, ਉੱਥੇ ਗੁਰੂ ਨਾਨਕ ਸਾਹਿਬ ਗਏ ਆ, ਉਹਨਾਂ ਦਾ ਸਥਾਨ ਆ, ਉੱਥੇ ਉਸ ਇਲਾਕੇ ਦੇ ਲੋਕ ਮਹਾਰਾਜ ਗੁਰਪੁਰਬ ਮਨਾਉਂਦੇ ਸੀ, ਅਤੇ ਮਹਾਰਾਜ ਦਾ ਗੁਰਪੁਰਬ ਜਿੱਥੇ ਵੀ ਮਨਾਇਆ ਜਾਏ ਉੱਥੇ ਜਾਣਾ ਕੋਈ ਪਾਪ ਥੋੜ੍ਹੀ ਹੈ। ਪਰ ਸਾਡੀ ਸੋਚ ਛੋਟੀ, ਵਿਚਾਰ ਨਹੀਂ ਕਰਦੇ। ਸੋ ਇਸ ਵਾਸਤੇ ਮਹਾਰਾਜ ਕਹਿੰਦੇ ਅਸੀਂ ਆਪਣੇ ਸਤਿਗੁਰਾਂ ਤੋਂ ਬਲਿਹਾਰ ਜਾਂਦੇ ਹਾਂ। ਮਹਾਰਾਜ ਅਨੇਕ ਤਰ੍ਹਾਂ ਦੇ ਕੌਤਕ ਕਰਦੇ ਹਨ। ਗੁਰ ਕਿਰਪਾ ਤੇ ਹਰ ਮਨ ਵਸਾਈ। ਗੁਰੂ ਦੀ ਕਿਰਪਾ ਹੋ ਜਾਏ ਫਿਰ ਗੁਰੂ ਦੀ ਆਗਿਆ ਮਨ 'ਚ ਵਸਦੀ ਹੈ। ਸੁਣਦੇ ਤਾਂ ਸਾਰੇ ਹੁੰਦੇ ਆ, ਕਿਰਪਾ ਤੋਂ ਇਹਨਾਂ ਨਾਲ ਬਾਣੀ ਮਨ 'ਚ ਵਸਦੀ ਹੈ, ਅਤੇ ਨਾ ਗੁਰੂ ਦੀ ਆਗਿਆ ਜਿਹੜੀ ਉਹ ਮਨ 'ਚ ਨਿਵਾਸ ਕਰਦੀ ਹੈ। ਧਨਵੰਤ ਹਰਿ ਨਾਮ ਲਿਵ ਲਾਏ। ਜਿਹੜੇ ਹਰੀ ਪਰਮੇਸ਼ਰ ਦੇ ਨਾਮ ਨਾਲ ਲਿਵ ਵਿਅਕਤੀ ਲਾਉਂਦੇ ਆ ਨਾ, ਅਸਲੀ ਧਨਵਾਨ ਉਹ ਆ। ਇਹ ਕਈ ਵਾਰੀ ਇਉਂ ਹੁੰਦਾ, ਉਹ ਬਿਰਲਾ ਸੇਠ ਸੀ ਨਾ, ਉਹ ਇੱਕ ਚੰਗੇਰ ਸੁੱਕੇ ਬੇਰਾਂ ਦੀ ਲੈ ਆਇਆ,
ਬਾਬਾ ਆਨੰਦ ਸਿੰਘ ਜੀ ਕਲੇਰਾਂ ਵਾਲਿਆਂ ਕੋਲ, ਕਹਿੰਦਾ ਮਹਾਰਾਜ ਆ ਭੀਲਣੀ ਦੇ ਵੇਰ ਆ ਤੇ ਮਹਾਂਪੁਰਖ ਲੋਕ ਬੇਪਰਵਾਹ ਹੁੰਦੇ ਆ। ਕਹਿੰਦੇ ਸਾਰੀ ਦੁਨੀਆ ਦੀ ਮਾਇਆ ਇਕੱਠੀ ਕਰੀ ਬੈਠਾ, ਹੁਣ ਬੇਰ ਚੜਾ ਕੇ ਭੀਲਣੀ ਬਣਨ ਲੱਗਿਆ। ਬੇਰਾਂ ਨਾਲ ਤਾਂ ਭੀਲਣੀ ਨਹੀਂ ਬਣਿਆ ਜਾਣਾ, ਭੀਲਣੀ ਵਾਲੀ ਅੰਦਰ ਭਗਤੀ ਹੋਊਗੀ ਤੇ ਫਿਰ ਇਹ ਭੀਲਣੀ ਬਣ ਹੋਊਗਾ ਨਾ। ਇਸ ਤਰ੍ਹਾਂ ਅਸਲੀ ਧਨਵਾਨ ਤਾਂ ਉਹੀ ਹੈ ਜਿਨ੍ਹਾਂ ਨੇ ਭਾਈ ਪਰਮੇਸ਼ਰ ਦੇ ਨਾਮ ਨਾਲ ਲਿਵ ਬਿਰਤੀ ਲਾਈ ਹੋਈ ਹੈ। ਗੁਰ ਪੂਰੈ ਹਰਿ ਧਨ ਹਰਿ ਦਾਸਿਆ, ਪੂਰੇ ਗੁਰੂ ਨੇ ਕਿਰਪਾ ਕਰਕੇ ਜਿਹੜੇ ਉਹਦੇ ਦਾਸ ਬਣ ਗਏ, ਹਰੀ ਦੇ ਨਾਮ ਧਨ ਦਾ, ਨਾਮ ਦੀ ਬਰਕਤ ਦਾ ਉਹਨਾਂ ਦੇ ਹਿਰਦੇ 'ਚ ਪ੍ਰਕਾਸ਼ ਕਰ ਦਿੱਤਾ ਹੈ। ਹਰਿ ਕਿਰਪਾ ਤੇ ਵਸੈ ਮਨ ਆਏ, ਇਹ ਮਹਾਰਾਜ ਦੀ ਕਿਰਪਾ ਹੋ ਜਾਏ, ਇਹ ਨਾਮ ਦੀ ਜਿਹੜੀ ਬਰਕਤ, ਨਾਮ ਦੀ ਮਹਾਨਤਾ, ਇਹ ਫੇਰ ਮਨ ਵਿੱਚ ਆ ਕੇ ਵਸਦੀ ਹੈ। ਰਹਾਉ ਵਿਸਰਾਮ ਦੇ ਕੇ ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਕਰਦੇ ਹਨ। ਅਵਗੁਣ ਪਾਠ ਗੁਣ ਹਿਰਦੈ ਸਮਾਏ, ਜਦੋਂ ਮਹਾਰਾਜ ਕਿਰਪਾ ਕਰਦੇ ਬਚਨ ਵਿੱਚ ਆ ਜਾਂਦਾ, ਹੁਕਮ ਮੰਨ ਕੇ ਸੇਵਾ ਕਰਦਾ ਹੈ, ਨਿਰਮਾਣ ਹੋ ਕੇ ਔਗਣ ਕੱਟੇ ਜਾਂਦੇ ਆ ਤੇ ਸ਼ੁਭ ਗੁਣ ਜਿਹੜੇ ਹਿਰਦੇ 'ਚ ਆ ਕੇ ਨਿਵਾਸ ਕਰ ਲੈਂਦੇ ਹਨ। ਪੂਰੇ ਗੁਰ ਕੈ ਸਹਿਜ ਸੁਭਾਏ, ਪੂਰੇ ਗੁਰੂ ਦੀ ਜਿਹੜੇ ਕਿਰਪਾ ਹੋ ਜਾਏ ਫਿਰ ਸੁਤੇ ਸਿੱਧੇ ਹੀ ਇਹ ਸਾਰੀਆਂ ਬਰਕਤਾਂ ਨਿਰਯਤਨ ਹੀ ਪ੍ਰਾਪਤ ਹੋ ਜਾਂਦੀਆਂ ਹਨ। ਪੂਰੇ ਗੁਰ ਕੀ ਸਾਚੀ ਬਾਣੀ, ਜਿਹੜੇ ਪੂਰੇ ਗੁਰੂ ਆ ਉਹਨਾਂ ਦੀ ਬਾਣੀ ਸੱਚੀ ਹੈ, ਜਿਹੜੇ ਅਧੂਰੇ ਆ ਉਹਨਾਂ ਦੀਆਂ ਤਾਂ ਗੱਲਾਂ ਫਿਰ ਇਸ ਤਰ੍ਹਾਂ ਦੀਆਂ ਹੁੰਦੀਆਂ ਨਾ, ਦੋਗਲੀਆਂ ਜਿਹੀਆਂ। ਉਹ ਜਿਵੇਂ ਗੁਰੂ ਚੇਲਾ ਸੀ ਤੇ ਕੋਈ ਆ ਗਿਆ, ਮਹਾਰਾਜ ਸਾਡੀ ਮੱਝ ਕੱਟਾ ਦੋਗੇ, ਕੱਟੀ। ਉਹਨੇ ਕਿਹਾ ਆਪਾਂ ਇਉਂ ਕਰੀਏ ਕਿ ਆਪਣੀ ਦੋਹਾਂ ਦੀ ਰਹਿ ਜਾਏ। ਇੱਕ ਕਹਿੰਦਾ ਜੀ ਕੱਟਾ, ਦੂਆ ਕੱਟੀ, ਕਿ ਹੁਣ ਕੱਟਾ ਤੇ ਕੱਟੀ ਹੋਣਾ ਤਾਂ ਦੋਹਾਂ ਚੋਂ ਹੀ ਆ। ਤੇ ਜੋ ਹੈ ਗੁਰੂ ਕਹੋਗੇ ਦੇਖਿਆ ਮੇਰਾ ਬਚਨ ਸੱਚਾ। ਜੇ ਚੇਲਾ ਜੀ ਗਾਹਾਂ ਲੰਘ ਗਿਆ, ਦੇਖੋ ਉਹਦਾ ਬਚਨ ਸੱਚਾ ਹੋ ਗਿਆ। ਜਿਹੜੇ ਕੱਚੇ ਗੁਰੂ ਹੁੰਦੇ ਆ, ਕੱਚਿਆਂ ਦੇ ਚੇਲੇ ਆ, ਉਹਨਾਂ ਦੀਆਂ ਇਹ ਜਿਹੀਆਂ ਗੱਲਾਂ ਹੁੰਦੀਆਂ ਹਨ। ਪੂਰੇ ਗੁਰ ਕੀ ਸਾਚੀ ਬਾਣੀ, ਗੱਲ ਹੀ ਅਲਪ ਲਾਲੀਆਂ ਇਹ ਜਿਹੀਆਂ ਹੁੰਦੀਆਂ ਨੇ। ਪੂਰੇ ਗੁਰੂ ਦੀ ਬਾਣੀ ਪਾਈ ਤਿੰਨ ਕਾਲ ਸੱਚੀ ਹੈ। ਸੁਖ ਮਨ ਅੰਤਰ, ਇਹ ਮਨ ਵਿੱਚ ਸੁਖ ਨੂੰ ਪੈਦਾ ਕਰਨ ਵਾਲੀ ਹੈ। ਸਹਿਜ ਸਮਾਣੀ, ਸਹਿਜ ਜਿਨ੍ਹਾਂ ਦੇ ਅੰਦਰ ਆ ਗਿਆ ਉਹਨਾਂ ਦੇ ਅੰਦਰ ਇਹ ਸਮਾ ਜਾਂਦੀ ਹੈ, ਘਰ ਕਰ ਲੈਂਦੀ ਹੈ। ਏਕ ਅਜਰਜ ਜਨ ਦੇਖਹੁ ਭਾਈ, ਇਹ ਭਰਾਵੋ ਤੁਸੀਂ ਇੱਕ ਅਸਚਰਜ ਗੱਲ ਨੂੰ ਦੇਖਣਾ ਕਰੋ। ਦੁਬਦਾ ਮਾਰ ਹਰ ਮੰਦ ਵਸਾਈ, ਜਿਹਨੇ ਮਨ ਚੋਂ ਦੁਬਦਾ ਰਾਗ ਦਵੈਸ਼ਾਲੀ ਬਿਰਤੀ ਨੂੰ ਮਾਰ ਲਿਆ, ਉਹਨਾਂ ਦੇ ਮਨ ਵਿੱਚ ਗੁਰੂ ਦਾ ਉਪਦੇਸ਼ ਵਸਦਾ। ਜਦੋਂ ਰਾਮ ਰਾਜ ਨੇ ਸੁਣਿਆ, ਹੁਣ ਰੰਗਜੀਤ ਤਾਂ ਚਲ ਗਿਆ ਦੱਖਣ ਵੱਲ ਨੂੰ, ਇਹਨੂੰ ਦੇਹਰਾਦੂਨ 37 ਪਿੰਡ ਦੇ ਦਿੱਤੇ ਤੇ ਫਤਿਹ ਚੰਦ ਵੀ ਦਾ ਚੇਲਾ ਬਣਿਆ ਸੀ। ਜਦੋਂ ਔਰੰਗਜ਼ੇਬ ਜੂ ਸੀ ਉੱਥੇ ਇਹਦਾ ਸਿੱਕਾ ਚੰਗਾ ਚੱਲਦਾ ਸੀ। ਮੇਦਨੀ ਪ੍ਰਕਾਸ਼ ਦੀ ਉਹ ਹੱਦ ਨੱਪਣਾ ਚਾਹੁੰਦਾ ਸੀ। ਮਹਾਰਾਜ ਸ਼ਰਨ ਆਇਆ, ਮਹਾਰਾਜ ਨੂੰ ਬੇਨਤੀ, ਮਹਾਰਾਜ ਕਿਲ੍ਹਾ ਬਣਾਓ। ਪੌਂਟਾ ਸਾਹਿਬ ਫਿਰ ਕਿਰਪਾ ਕੀਤੀ। ਇੱਥੇ ਫਿਰ ਕਵੀ ਦਰਬਾਰ ਵੀ, ਦਸਤਾਰਾਂ ਸਜਾਉਣ ਦਾ, 10ਮ ਗ੍ਰੰਥ, ਕ੍ਰਿਸ਼ਨ ਅਵਤਾਰ ਵਗੈਰਾ, ਹੋਰ ਉਹ ਕਲਮਾਂ ਅੱਜ ਵੀ ਉੱਥੇ ਹੈਗੀਆਂ ਮਹਾਰਾਜ ਦੀਆਂ, ਜਿਨ੍ਹਾਂ ਲਿਖਦੇ ਰਹੇ। ਔਰ ਫਿਰ ਸੈਨਾ ਵੀ ਸ਼ੁਰੂ ਕਰਤੀ। ਭੀਮ ਚੰਦ ਦੀ ਲੜਕੀ ਜਿਹੜੀ ਉਹ ਆਪਣੇ ਫਤਿਹ ਚੰਦ ਦੀ ਲੜਕੀ ਭੀਮ ਚੰਦ ਦੇ ਮੁੰਡੇ ਨੂੰ ਮੰਗੀ ਹੈ। ਉਹਨੇ ਆਉਣਾ ਹੀ ਹੈ, ਕਿਸੇ ਵੇਲੇ ਵੀ ਇਹ ਜੰਗ ਅਖਾੜਾ ਬਣ ਸਕਦਾ।
ਕਿਲ੍ਹਾ ਵੀ ਤਿਆਰ ਹੋਇਆ, ਪੂਰੀ ਤਿਆਰੀ। ਤੇ ਰਾਮ ਰਾਏ ਨੇ ਜਦੋਂ ਤੇਜ ਪ੍ਰਤਾਪ ਦੀ ਗੱਲ ਸੁਣੀ, ਫਿਰ ਉਹ ਬੰਦੇ ਦੇ ਮਨ 'ਚ ਹੁੰਦਾ ਹੀ ਆ, ਕਿਤੇ ਮਹਾਰਾਜ ਮੇਰੇ ਵੱਲ ਰੁਕ ਨਾ ਕਰ। ਉਹਨ ਫਿਰ ਆਪਣੇ ਮਸੰਦ ਭੇਜੇ ਕਿ ਰਾਮ ਰਾਏ ਜੀ ਤੁਹਾਨੂੰ ਕੱਲਿਆਂ ਨੂੰ ਮਿਲਣਾ ਚਾਹੁੰਦੇ ਆ। ਪਬਲਿਕ 'ਚ ਉਹਨੇ ਮੇਰੇ ਚੇਲੇ ਕਹਿਣਗੇ ਕਿ ਰਾਮ ਰਾਏ ਛੋਟਾ, ਪਰਿਵਾਰਕ ਤੌਰ 'ਤੇ ਮਹਾਰਾਜ ਚਾਚੇ ਦੇ ਸਥਾਨ 'ਤੇ ਲੱਗਦੇ ਸੀ। ਉਹ ਫਿਰ ਸਾਧ ਸੰਗਤ ਜੀ ਉਹਨਾਂ ਆ ਕੇ ਇਵੇਂ ਬੇਨਤੀ ਕੀਤੀ ਕਿ ਕਾਰਨ ਕਈ ਹੈ, ਉਹ ਇਕੱਲੇ ਮਿਲਣਾ ਚਾਹੁੰਦੇ ਆ। ਇਹ ਮੈਨੂੰ ਨਹੀਂ ਪਤਾ ਗੱਲ ਵਿੱਚੋਂ ਕੀ ਹੈ, ਮਹਾਰਾਜ ਤਾਂ ਜਾਣੀ ਜਾਣੀ ਸੀ। ਉਹ ਕਹਿੰਦੇ ਵੀ ਉਹਨਾਂ ਨਾਲ ਸੂਰਬੀਰ ਬੜੇ ਆ। ਉਹ ਗੁਰਦਾਸ ਮਸੰਦ ਸੀ, ਕਹਿੰਦਾ ਮੇਰਾ ਜਿਹੜਾ ਭਰਾ ਤਾਰਾ, ਸੁਣਿਆ ਮਹਾਰਾਜ ਬੜੇ ਤੀਰ ਅੰਦਾਜ਼ ਆ, ਇਹ ਮੁਕਾਬਲਾ ਕਰੇਗਾ। ਇਹ ਵੀ ਬੜਾ ਤੀਰ ਅੰਦਾਜ਼, ਪੈਰ ਸਾਖੀ ਲੰਮੀ ਹੈ। ਮਹਾਰਾਜ ਨੇ ਇਜਾਜ਼ਤ ਦੇ ਦਿੱਤੀ, ਇੱਧਰੋਂ ਤੂੰ ਆ ਜਾਈਂ ਤੇ ਬੇੜੀ ਵਿੱਚ ਮਿਲਾਪ ਹੋਏਗਾ। ਇਹ ਜਿੰਨੀ ਦੀ ਸੰਗਤ ਸੀ ਉਹ ਤਾਂ ਪਿੱਠ ਦੇ ਕੇ ਬੈਠੀ ਰਹੀ। ਤੇ ਮਹਾਰਾਜ ਨੇ ਗੁਰਦਾਸ ਨੂੰ ਕਿਹਾ ਵੀ ਤੂੰ ਕਹਿੰਦਾ ਸੀ ਬਹਿਲੋ ਦੇ ਗੁਰਦਾਸ ਮੇਰਾ ਭਰਾ ਇਸ ਤਰ੍ਹਾਂ ਬੜਾ ਤੀਰ ਅੰਦਾਜ਼। ਉਹਨ ਵੀ ਖਿਮਾ ਮੰਗੀ ਤੇ ਉਹ ਤਾਰਾ ਵੀ ਸ਼ਰਮਿੰਦਾ ਜਿਹਾ ਹੋਇਆ, ਧੌਣ ਜੀ ਸੁੱਟ ਕੇ ਬੈਠਾ ਰਿਹਾ। ਉਹ ਬਾਕੀ ਪਿੱਠ ਦੇ ਕੇ ਤੇ ਰਾਮ ਰਾਏ ਨੇ ਫਿਰ ਮਾਫੀ ਮੰਗੀ, ਕਿਉਂਕਿ ਜਦੋਂ ਬੰਦੇ ਨੇ 8ਵੇਂ ਪਾਤਸ਼ਾਹ ਵਧੀਕੀਆਂ ਕੀਤੀਆਂ ਹੁੰਦੀਆਂ, ਮਨ ਵਿੱਚ ਤਾਂ ਹੁੰਦਾ ਹੀ ਹੈ। ਮਹਾਰਾਜ ਫਿਰ ਦਿਆਲੂ ਸੀ, ਕਹਿਣ ਲੱਗੇ ਰਾਮ ਰਾਏ ਤੂੰ ਤਾਂ ਚੱਲ ਠੀਕ ਹੋ ਗਿਆ, ਸੰਗਤ ਸ਼ਰਨ ਆ ਗਿਆ। ਤੇਰੀ ਜਿਹੜੀ ਸੰਗਤ, ਸਾਨੂੰ ਤਾਂ ਇਹਨੇ ਮੂੰਹ ਕੀ ਦਿਖਾਉਣਾ ਸੀ, ਤੈਨੂੰ ਵੀ ਪਿੱਠ ਕਰਕੇ ਬੈਠੇ। ਸੰਗਤ ਤੇਰੀ ਭੂਤ ਨਹੀਂ। ਇਸ ਵਾਸਤੇ ਜਿਹੜਾ ਪੂਰਾ ਗੁਰੂ ਹੈ ਉਹ ਔਗੁਣਾਂ ਨੂੰ ਕੱਟਦਾ, ਇਹ ਗੁਣ ਸਮਾਉਂਦੇ ਆ। ਉਹਦੀ ਬਾਣੀ ਸੱਚੀ ਹੈ, ਉਹਦੇ ਵਚਨ ਸਹਿਜ ਸੁਭਾਅ ਹਿਰਦੇ 'ਚ ਵਸਦੇ ਆ, ਮਨ 'ਚ ਸੁੱਖ ਕਰਨ ਵਾਲੀ ਇਹ ਸਮਾਜ ਹੈ। ਇਸ ਚਰਜ ਗੱਲ ਦੇਖੋ, ਜਦੋਂ ਮਨ 'ਚੋਂ ਦੁਬਿਧਾ ਦੂਰ ਹੁੰਦੀ ਹੈ, ਫਿਰ ਸੱਚੀ ਬਾਣੀ ਹਿਰਦੇ 'ਚ ਨਿਵਾਸ ਕਰਦੀ ਹੈ। ਨਾਮ ਅਮੋਲਕ ਨਾ ਪਾਇਆ ਜਾਏ। ਇਹ ਨਾਮ ਬੜਾ ਅਮੋਲਕ ਹੈ। ਇਹ ਨਹੀਂ ਹੁੰਦਾ ਕਿ ਕਿਸੇ ਤੋਂ ਕੋਈ ਅੱਖਰ ਸੁਣ ਲਿਆ ਮੈਂ ਨਾਮ ਲੈ ਲਿਆ। ਨਾਮ ਦੀ ਬਰਕਤ ਜਿਹੜੀ ਹੈ ਉਹ ਹਰੇਕ ਨਹੀਂ ਦੇ ਸਕਦਾ। ਅੱਖਰ ਦਾ ਜਿਹੜਾ ਮਰਜ਼ੀ ਸੁਣਾ ਦਊਗਾ, 50 ਸ਼ਬਦ ਪੜ੍ਹ ਲਿਆ ਕਰ, ਉਹਦਾ ਚਰਖਾ ਕੱਤਣ ਵਾਲੀ ਕੁੜੀ ਵੀ ਦੱਸ ਦਊਗੀ। ਬਰਕਤ ਤਾਂ ਪੂਰਾ ਗੁਰੂ ਹੀ ਦੇਊਗਾ। ਇਸ ਕਰਕੇ ਇਹ ਨਾਮ ਬੜਾ ਅਮੋਲਕ ਹੈ। ਇਹ ਗੱਲਾਂ ਬਾਤਾਂ ਨਾਲ ਨਹੀਂ ਪਾਇਆ ਜਾਂਦਾ। ਕਾਂਚਨ ਸਿਉ ਪਾਈਆ ਨਹੀਂ ਤੋਲ, ਮਨ ਦੇ ਰਾਮ ਲਿਆ ਹੈ ਮੋਲ। ਸਾਡੇ ਸੰਤ ਬਾਬਾ ਮਹਿੰਦਰ ਸਿੰਘ ਹਰਖਵਾਲ ਵਾਲੇ ਉਹਨੇ ਕਈ ਵੀ ਕਹਿਣਾ ਮੈਂ ਤਾਂ ਮੋਲ ਮਹਿੰਗੀ ਲਈ ਜੀ ਛੱਡੇ। ਇਹ ਮਹਿੰਗਾ ਸੌਦਾ ਔਰ ਆਪਣਾ ਆਪ ਸਮਰਪਣ ਕਰਕੇ ਫਿਰ ਇਹ ਦਾਤ ਪਾਈ। ਮਾਰਾਂ ਖਾ ਖਾ ਕੇ ਫਕੀਰ ਲੋਕਾਂ ਦੀਆਂ ਫਿਰ ਇਹ ਚੀਜ਼ ਮਿਲਦੀ ਹੈ, ਗੱਲਾਂ ਬਾਤਾਂ ਨਾਲ ਨਹੀਂ ਮਿਲਦੀ ਹੈ। ਗੁਰ ਪ੍ਰਸਾਦ ਵਸੈ ਮਨ ਆਏ। ਗੁਰੂ ਦੀ ਪ੍ਰਸਾਦ ਕਿਰਪਾ ਹੋ ਜਾਏ, ਬੁੱਲਾਂ ਤੇ ਤਾਂ ਸਾਰੇ ਹੀ, ਪਰ ਹਿਰਦੇ 'ਚ ਉਹਦੀ ਕਿਰਪਾ ਹੋਵੇ, ਫਿਰ ਆ ਕੇ ਨਾਮ ਤੇ ਨਾਮੀ ਦਾ ਪਿਆਰ ਹਿਰਦੇ ਵਿੱਚ ਵਸਦਾ ਹੈ। ਸਭ ਮਨ ਵਸੈ ਪ੍ਰਭ ਏਕੋ ਸੋਇ। ਉਹ ਸੋਭਾ ਵਾਲਾ ਪਰਮੇਸ਼ਰ ਸਾਰਿਆਂ ਦੇ ਅੰਦਰ ਇੱਕੋ ਇੱਕ ਆਤਮਾ ਚੇਤਨ ਕਰਕੇ ਨਿਵਾਸ ਕਰ ਰਿਹਾ ਹੈ। ਗੁਰਮਤਿ ਘਾਟ ਪ੍ਰਗਟ ਹੋਏ। ਰਹਿ ਤਾਂ ਰਿਹਾ, ਪ੍ਰਗਟ ਨਹੀਂ ਸਾਰਿਆਂ ਦੇ। ਜਿੱਥੇ ਮਨਮਤ ਆ ਹੈ ਤਾਂ ਉੱਥੇ ਵੀ ਹੈ ਗੁਪਤ ਆ। ਜਿੱਥੇ ਗੁਰੂ ਦੀ ਮੱਤ ਆ ਗਈ ਉੱਥੇ ਉਹ ਪ੍ਰਗਟ ਸਾਖਿਆਤ ਪ੍ਰਤੱਖ ਹੋ ਜਾਂਦਾ ਹੈ।
ਸਹਜੇ ਦਿਨ ਪ੍ਰਭ ਜਾਣ ਪਛਾਣਿਆ। ਸਹਿਜ ਵਿਚਾਰ ਦੁਆਰਾ ਜਿਹੜਾ ਗੁਰੂ ਕੀ ਵਿਚਾਰ ਵਿੱਚ ਆ ਗਿਆ, ਉਹਨੀ ਬਾਣੀ ਦੀ ਕਥਾ ਸੁਣ ਕੇ ਪਹਿਲਾਂ ਤਾਂ ਜਾਣਕਾਰੀ ਲਈ, ਜੋ ਬਾਣੀ ਨੇ ਕਿਹਾ ਉਹਦੇ ਮੁਤਾਬਕ ਅਭਿਆਸ ਕੀਤਾ, ਅਤੇ ਜਿਹੜੇ ਉਹ ਸਾਖਿਆਤ ਹੋ ਗਿਆ ਫਿਰ ਪਛਾਣ ਲਿਆ ਇਹ ਤਾਂ ਭਾਈ ਆਪੇ ਨਿਰੰਕਾਰ ਹੈ। ਜਿਹੜੇ ਪੀਰ ਬੁੱਧੂ ਸ਼ਾਹ ਜੀ ਆਏ, ਮਹਾਰਾਜ ਦਰਸ਼ਨ ਕੀਤੇ, ਚੇਲੇ ਕਹਿੰਦੇ ਮਹਾਰਾਜ ਤੁਸੀਂ ਐਡੇ ਵੱਡੇ ਪੀਰ ਸੀ, ਤੁਸੀਂ ਉਹਨਾਂ ਨੂੰ ਸਜਦਾ ਕੀਤਾ, ਅਤੇ ਭੀਖਣ ਸ਼ਾਹ ਕਢਾਉਣ ਵਾਲੇ ਨੂੰ ਵੀ ਮੈਂ ਕਿਹਾ ਸੀ। ਉਹ ਕਹਿੰਦੇ ਜਿਹੜੇ ਅਸੀਂ ਜਾਂਦੇ ਹਾਂ ਨਾ ਦਰਗਾਹ 'ਚ, ਉੱਥੇ ਇਹ ਬੈਠੇ ਹੁੰਦੇ ਆ। ਉਹਨੇ ਪਛਾਣ ਵੀ ਕਰ ਲਈ, ਅਤੇ ਜਿਹਨੇ ਨਹੀਂ ਪਛਾਣਿਆ ਤਤੀਆਂ ਤਵੀਆਂ 'ਤੇ ਵੀ ਬਹਾਲਦੇ ਰਹੇ, ਰੇਤੇ ਵੀ ਪਾਉਂਦੇ ਰਹੇ, ਅਤੇ ਜਿਹਨੇ ਪਛਾਣਿਆ ਸੀ ਉਹ ਜੇਠੇ ਪੁਰਾਣੇ ਨਾਲ ਮਤੀਦਾਸ ਸਤੀਦਾਸ ਆਪਾਂ ਸਮਰਪਿਤ ਕਰਕੇ ਵਿਚਰਦੇ ਰਹੇ। ਇਸ ਕਰਕੇ ਜਿੱਥੇ ਸਹਿਜ ਇਹ ਆਤਮਾ ਦਾ ਬੋਧ ਗਿਆਨ ਨਹੀਂ ਆਉਂਦਾ, ਉੱਥੇ ਜਾਣ ਪਛਾਣ ਕਿੱਥੋਂ ਮਿਲਣੀ ਹੈ। ਇਸ ਕਰਕੇ ਹੈ ਤਾਂ ਉਹ ਸਾਰੇ ਹੀ, ਪਰ ਜਿਨ੍ਹਾਂ ਨੇ ਗੁਰੂ ਤੋਂ ਜਾਣਕਾਰੀ ਲਈ, ਗੁਰੂ ਦੇ ਦੱਸੇ ਹੋਏ ਮਰਜ਼ਾਦਾ ਵਿੱਚ ਆ ਕੇ ਸ਼ਬਦ ਦੀ ਕਮਾਈ ਕੀਤੀ, ਉਹ ਪ੍ਰਤੱਖ ਹੋ ਗਿਆ, ਉਹਨੇ ਪਛਾਣ ਲਿਆ, ਜਿਹਨੂੰ ਪਛਾਣਨ ਵਾਲੀ ਅੱਖ ਦਿੱਤੀ। ਬਾਬਾ ਨਾਨਕ, ਧੰਨ ਗੁਰੂ ਨਾਨਕ ਪਾਤਸ਼ਾਹ, ਬੇਬੇ ਨਾਨਕੀ ਨੇ ਪਛਾਣਿਆ ਨਾ, ਕੋਈ ਪੁੱਤ ਜਾਣਦਾ ਰਿਹਾ, ਕੋਈ ਹੋਰ ਰਿਸ਼ਤੇਦਾਰ ਜਾਣਦਾ ਰਿਹਾ, ਬੇਬੇ ਜੀ ਨੇ ਪਛਾਣਿਆ ਕਿ ਨਿਰੰਕਾਰ ਹੈ। ਕੋਈ ਬੈਰੀ ਵੀ ਸਮਝਦੇ ਰਹਿੰਦੇ ਸਮਾਜ ਦੇ ਵਿੱਚ, ਲਓ ਜੀ ਹੁਣ ਲਟਾਈ ਜਾਂਦੇ ਆ, ਘਾਟਾ ਪੈ ਜਾਊਗਾ, ਜੈ ਰਾਮ, ਕੱਲ੍ਹ ਨੂੰ ਤੇਰੀ ਕੁਰਕੀ ਹੋ ਜਾਣੀ ਹੈ, ਤੇਰੀ ਪੁੱਛ ਪੜਤਾਲ ਹੋਏਗੀ। ਕਈ ਵਾਰੀ ਉਹਨਾਂ ਨੂੰ ਵੀ ਗਾਸ਼ ਪੈਂਦੇ ਜੀ। ਬੇਬੇ ਜੀ ਨੇ ਕਿਹਾ ਘਬਰਾਓ ਨਾ, ਉਹ ਖੇਲ ਆ, ਆਏ ਖੜੇ, ਲੀਲਾ ਵਰਤਾ ਦੇਣੀ ਆ ਉਹਨਾਂ ਨੇ, ਕਿਉਂਕਿ ਉਹਨਾਂ ਨੇ ਪਛਾਣ ਲਿਆ ਸੀ। ਹਾਂਜੀ, ਨਾਨਕ ਨਾਮ ਮਿਲੈ ਮਨ ਮਾਨਿਆ। ਜਿਨ੍ਹਾਂ ਨੂੰ ਉਹਦਾ ਨਾਮ ਮਿਲ ਗਿਆ, ਨਾਮ ਜਪ ਕੇ ਨਾਮੀ ਵਿੱਚ ਅਭੇਦ ਹੋ ਗਏ, ਉਹਨਾਂ ਦਾ ਮਨ ਫਿਰ ਮੰਨ ਗਿਆ ਕਿ ਜੈਸੋ ਗੁਰ ਉਪਦੇਸ਼ਿਆ ਮੈਂ ਤੈਸੋ ਕਹਿਆ ਉਕਾਰ। ਜਿਸ ਤਰ੍ਹਾਂ ਕਿਹਾ ਸੀ ਉਹ ਤਾਂ ਉਹੋ ਜਿਹਾ ਹੀ ਹੈ। ਇਸ ਕਰਕੇ ਜੈਸਾ ਤੂੰ ਤੈਸੀ, ਤੈਸਾ ਤੂੰ ਹੀ, ਕਿਆ ਉਪਮਾ ਦੀਜਿਆ, ਤੇਰੇ ਵਰਗਾ ਤਾਂ ਤੂੰ ਹੀ ਹੈ। ਕਈਆਂ ਨੇ ਯਤਨ ਕੀਤੇ ਆ ਬਨੌਟ ਜੀ ਬਣਾ ਕੇ ਵੀ ਬਣ ਜਾਈਏ, ਇਉਂ ਕਾਹਨੂੰ ਬਣਿਆ ਜਾਂਦਾ। ਇਹ ਤਾਂ ਥਾਪਿਆ ਨਾ ਜਾਏ, ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ। ਨਾਨਕ ਨਾਮ ਮਿਲੇ ਮਨ ਮੰਨਿਆ। ਜਿਨ੍ਹਾਂ ਨੂੰ ਉਹਦਾ ਨਾਮ ਬਰਕਤ ਮਿਲ ਗਈ, ਉਹਨਾਂ ਦਾ ਮਨ ਮੰਨ ਗਿਆ। ਜਿਨ੍ਹਾਂ ਦਾ ਮਨ ਮੰਨ ਗਿਆ, ਉਹਨਾਂ ਨੂੰ ਮਨਾਉਣ ਵਾਸਤੇ ਮਤੀਦਾਸ ਸਤੀਦਾਸ ਨੂੰ ਅਰੰਗੇ ਨੇ ਪੂਰਾ ਜ਼ੋਰ ਲਾਇਆ। ਆਪਣੀ ਸ਼ਹਿਜ਼ਾਦੀ ਵਿਆਹ ਦੇਣ, ਮੁਸਲਮਾਨ ਹੋ ਜਾ, ਈਨ ਮੰਨ ਲਾ, ਵੱਡੀਆਂ ਪਦਵੀਆਂ ਦੇ ਦਿੰਦੇ ਆ, ਪਰ ਉਹਨਾਂ ਦਾ ਮਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ 'ਤੇ ਮੰਨ ਗਿਆ ਸੀ। ਦੁਨੀਆ ਦੀਆਂ ਮਨੌਤਾਂ ਸਾਰੀਆਂ ਉੱਥੇ ਫੇਲ ਹੋ ਗਈਆਂ। ਅਤੇ ਹੁਣ ਤਾਂ ਹਾਲ ਦੇਖ ਲਓ ਸਾਡਾ ਕੀ ਹੋਇਆ ਹੋਇਆ। ਅੱਜ ਦਾ ਸਿੱਖ ਕੇਸਾਂ ਦੁਆਲੇ ਹੋਇਆ ਹੋਇਆ, ਬੁੜੀਆਂ ਵੀ ਬੰਦੇ ਵੀ ਇੱਕੋ ਹੀ ਹਵਾ ਚੱਲੀ ਹੋਈ ਹੈ, ਨਸ਼ਿਆਂ ਪੱਤਿਆਂ ਵੱਲ ਹੋਏ ਹੈ। ਸਿੱਖੀ ਦੇ ਬੈਰੀ ਜੰਮ ਪਏ ਸਿੱਖਾਂ ਦੇ ਘਰਾਂ 'ਚ। ਬਾਬਾ ਅਤਰ ਸਿੰਘ ਨੂੰ ਪੁੱਛਿਆ, ਕੋਈ ਕਹੇ ਸਾਡਾ ਮਜ਼ਹਬ ਵੱਡਾ, ਕੋਈ ਕਹੇ ਸਾਡਾ। ਬਾਬਾ ਜੀ ਕਹਿੰਦੇ 40 ਦਿਨ ਭੋਰੇ 'ਚ ਰੱਖੋ ਇਹਨਾਂ ਨੂੰ, ਉੱਥੇ ਹੀ ਸਾਰੀ ਕਿਰਿਆ ਦਾ ਇੰਤਜ਼ਾਮ ਕਰ ਦਿਓ। ਜ਼ਿਲ੍ਹੇ ਰੱਖਿਆ ਸਾਰਿਆਂ ਦੇ ਰੇੜੇ ਦਾੜੇ। ਕਹਿੰਦੇ ਹੁਣ ਆਪੇ ਹੀ ਦੱਸ ਦਿਓ ਕਿਹੜਾ ਧਰਮ ਵੱਡਾ, ਕਿਉਂ ਭੇਜਿਆ ਦਾ ਜਟਾ ਜੂਟੇ ਹੀ ਸੀ, ਪਰ ਉਹ ਸਾਨੂੰ ਚੰਗਾ ਨਹੀਂ ਲੱਗਦਾ ਹੈ। ਇਸ ਤਰ੍ਹਾਂ ਦਾ ਹਾਲ ਹਵਾਲ ਇਸ ਵੇਲੇ ਵਾਤਾਵਰਨ। ਜੇ ਕਹੀਏ ਦਾੜੀ ਕੇ ਸੋਚਾਂਗੇ ਜੀ, ਜੇ ਤਾਂ ਖੋਦੇ ਹੋਮੋਂ ਪੇ ਨਹੀਂ ਜੰਮਦੀ, ਫਿਰ ਤਾਂ ਸੋਚੋ
ਕਿ ਕਿਹੜੀ ਦਵਾਈ ਮੂੰਹ 'ਤੇ ਮਲਣੀ ਹੈ ਜੰਮ ਪਵੇ, ਅਤੇ ਜੇ ਦਿੱਤੀ ਹੋਈ ਦਾਤ ਇਸ ਨੂੰ ਤੁਸੀਂ ਸੰਭਾਲਦੇ ਨਹੀਂ। ਇਹ ਇਸ ਤਰ੍ਹਾਂ ਦਾ ਹਾਲ ਹਵਾਲ ਸਾਡਾ ਹੋਇਆ ਕਿ ਉਵੇਂ ਅਸੀਂ ਸਿੱਖਿਆ ਜੀ, ਜਿਹਦੇ ਸਿੱਖਿਆ ਉਹਦਾ ਕਹਿਣਾ ਤਾਂ ਅਸੀਂ ਮੰਨਣ ਨੂੰ ਤਿਆਰ ਨਹੀਂ। ਸਭ ਤੋਂ ਪਹਿਲਾਂ ਤਾਂ ਇਹੀ ਆ ਕਿ ਮਹਾਰਾਜ ਦੇ ਜਟਾ ਜੂਟ ਹੋਣਾ, ਨਸ਼ੇ ਪੱਤੇ ਛੱਡਣੇ, ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਨਾ ਔਰ ਖੰਡੇ ਵਾਲਾ ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣ ਕੇ ਨਿਤਨੇਮੀ ਪ੍ਰੇਮੀ ਬਣਨਾ। ਅਤੇ ਹੁਣ ਇਹ ਜਿਹਾ ਪਿੰਡਾਂ 'ਚ ਉਹ ਵੋਟਾਂ ਵਾਲੇ ਇੱਕ ਪਿੰਡ 36 ਪਾਰਟੀਆਂ ਇਹਨਾਂ ਨੇ ਬਣਾਤੀਆਂ, ਕਈ ਪਾਰਟੀਆਂ ਬਣ ਗਈਆਂ ਅਤੇ ਲੋਕ ਡਾਂਗ ਸੋਟਾ ਹੋਈ ਜਾਂਦੇ ਆ, ਉਹ ਪਾਸੇ ਹੋ ਜਾਂਦੇ ਆ। ਉਹ ਪਿੰਡਾਂ ਵਾਲੇ ਧੜੇ ਬੰਦੇ ਬਣਾ ਕੇ ਆਪਸ ਵਿੱਚ ਲੜੀ ਭਿੜੀ ਜਾਂਦੇ ਆ, ਆਪ ਪ੍ਰਸ਼ਾਦ ਦੇ ਜਾਂਦੇ ਆ। ਅਤੇ ਜਿੱਥੇ ਕੋਈ ਬੰਦਗੀ ਵਾਲਾ ਸਾਧੂ ਜਾਏਗਾ ਉਹ ਫਿਰ ਏਕਤਾ ਇਤਫਾਕ ਪਿਆਰ ਪੈਦਾ ਕਰੇਗਾ, ਨਾਮ ਬਾਣੀ ਦੇ ਨਾਲ ਜੋੜੇਗਾ। ਅਤੇ ਬਾਕੀ ਇਹ ਹੈ ਹੁਣ ਇਹ ਬੁੱਤ ਵੱਤ ਲਾ ਜਾਂਦੇ ਆ, ਉਹ ਬੁੱਤਾਂ 'ਤੇ ਝਗੜੇ ਹੋਈ ਜਾਂਦੇ ਆ। ਮਹਾਰਾਜ ਨੇ ਬੁੱਤਾਂ ਦੀ ਪੂਜਾ ਬੰਦ ਕੀਤੀ ਸੀ। ਬੁੱਤ ਪੂਜ ਹਿੰਦੂ ਮੋਏ, ਤੁਰਕ ਮੋਏ ਸਰਨਾਈ, ਉਹਦੇ ਲੈ ਜਾਰੇ ਉਹਦੇ ਗਾਡੇ, ਤੇਰੀ ਗਲਤ ਇਸ ਕਰਕੇ ਉਹ ਝਗੜਾ ਫਸਾਦ ਜਿਹੜਾ ਉਹ ਪੈਦਾ ਕਰਕੇ ਤੁਰੇ ਹੁੰਦੇ ਆ ਕਿ ਚਲੋ ਹੁਣ ਤੁਸੀਂ ਲੜੀ ਚਲੋ ਮਰੀ ਚਲੋ। ਅਤੇ ਅਸੀਂ ਲੋਕ ਅਕਲ ਤੋਂ ਕੰਮ ਨਹੀਂ ਲੈਂਦੇ, ਵਿਚਾਰ ਤੋਂ ਕੰਮ ਨਹੀਂ ਲੈਂਦੇ। ਝਗੜਾ ਕਾਹਦਾ ਕਰਨੇ? ਝਗੜੋ ਪੰਜੇ ਕਾਮ ਕ੍ਰੋਧਾਂ ਨਾਲ ਝਗੜਾ ਕਰੋ, ਬੁਰਾਈ ਨਾਲ ਝਗੜਾ ਕਰੋ, ਇਹਨੂੰ ਅੰਦਰੋਂ ਕੱਢੋ। ਉੱਧਰ ਤਾਂ ਅਸੀਂ ਤੁਰਦੇ ਨਹੀਂ, ਮਾੜੀਆਂ ਗੱਲਾਂ ਦੇ ਉੱਤੇ ਝਗੜੇ ਪਾ ਕੇ ਉਹ ਸਾਰਾ ਪਿੰਡਾਂ ਸ਼ਹਿਰਾਂ ਦਾ ਜਿਹੜਾ ਮਾਹੌਲ ਇਸ ਵੇਲੇ ਇੰਨਾ ਵਿਗੜਿਆ ਹੋਇਆ ਤੁਹਾਡੇ ਸਾਹਮਣੇ ਹੀ ਹੈ। ਕੋਈ ਮਹਾਰਾਜ ਜੀ ਕਿਰਪਾ ਕਰੇ, ਇਸ ਵੇਲੇ ਸਾਡੇ ਦੇਸ਼ ਦੀ ਜੋ ਦੁਰਗਤੀ ਬਣੀ ਹੋਈ ਹੈ, ਸੋ ਇੰਨੀਆਂ ਬੇਨਤੀਆਂ ਪਾਈ ਪ੍ਰਵਾਨ ਕਰੋ। ਆਈ ਸੰਗਤ ਨੂੰ ਜੀ ਆਇਆਂ, ਸਾਰਿਆਂ ਦਾ ਹੀ ਧੰਨਵਾਦ ਹੈ, ਪ੍ਰਬੰਧਕਾਂ ਦਾ ਵੀ, ਸੰਗਤਾਂ ਦਾ ਵੀ, ਸੇਵਾਦਾਰਾਂ ਦਾ ਵੀ। ਮਹਾਰਾਜ ਮਿਹਰ ਕਰਨ, ਖਾਲਸਾ ਪੰਥ ਵਿੱਚ ਏਕਤਾ ਇਤਫਾਕ ਪਿਆਰ ਚੜ੍ਹਦੀ ਕਲਾ ਬਖਸ਼ਿਸ਼ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ।